ਇਹ ਸਿੱਖੀ ਨਾਮ ਦੀ ਜਿਹੜੀ ਫੁਲਵਾੜੀ ਹੈ, ਇਹ ਤਾਂ ਸ਼ਹੀਦਾਂ ਸਿੰਘਾਂ ਦੇ ਖੂਨ ਦੇ ਨਾਲ ਸੀਂਚੀ ਹੋਈ ਫੁਲਵਾੜੀ ਹੈ। ਅਹਿਮਦ ਸ਼ਾਹ ਅਬਦਾਲੀ ਲੜਨ ਆਉਂਦਾ ਆ, ਹੈ ਨਾ, ਅਤੇ ਜੱਸਾ ਸਿੰਘ ਆਹਲੂਵਾਲੀਆ ਸਰਦਾਰਾਂ ਹੋਣਾ ਨਾਲ, ਅਤੇ ਜਦੋਂ ਉਹ ਆ ਕੇ ਦੇਖਦਾ, ਕਿਉਂਕਿ ਉਹਨੇ ਤਾਂ ਆਪਣੇ ਵੱਲੋਂ 300-400 ਸਿੱਖ ਹੀ ਛੱਡਿਆ ਸੀਗਾ, ਅਤੇ ਜਦੋਂ ਆ ਕੇ ਦੇਖਦਾ ਤਾਂ ਅੱਗੇ ਪੂਰਾ 60,000 50,000 60,000 ਬੰਦੇ ਦੀ ਫੌਜ ਉਹਨੂੰ ਨਜ਼ਰ ਆਉਂਦੀ ਆ। ਤਾਂ ਉਹ ਫਿਰ ਉਹ ਜਦੋਂ ਪੁੱਛਦਾ ਆ ਕਿ ਇਹ ਤਾਂ ਸਾਰੇ ਖਤਮ ਹੋ ਗਏ ਸੀਗੇ ਅਤੇ ਇਹ ਕਿੱਥੋਂ ਆ ਗਏ, ਤਾਂ ਅੱਗੋਂ ਜੋ ਉਹਨੂੰ ਜਵਾਬ ਮਿਲਦਾ ਆ, ਉਹ ਜਵਾਬ ਇਹ ਆ ਕਿ ਨਾ ਇਹ ਜੰਮਦੇ ਆ, ਨਾ ਇਹ ਮਰਦੇ ਆ, ਇਹ ਪ੍ਰਗਟ ਹੁੰਦੇ ਆ। ਇਹ ਕੌਮ ਦੀ ਜਿਹੜੀ ਨੀਂਹ ਆ ਨਾ, ਉਹ 4 ਸਾਹਿਬਜ਼ਾਦਿਆਂ ਦੇ ਸਿਰ ਦੇ ਉੱਤੇ ਖੜੀ ਆ। ਤੁਸੀਂ ਉਹਨੂੰ ਕਿੱਦਾਂ ਹਿਲਾਓਗੇ? ਹਿਲਾ ਹੀ ਨਹੀਂ ਸਕਦੇ, ਪੋਸੀਬਲ ਹੀ ਨਹੀਂ। ਜੇ ਕਹੇ ਕੋਈ ਕਿ ਅਸੀਂ ਔਰੰਗਜ਼ੇਬ ਨੂੰ ਮਾਫ਼ ਕੀਤਾ, ਕਦੀ ਵੀ ਨਹੀਂ। ਜੇ ਕੋਈ ਕਹੇ ਅਸੀਂ ਅਹਿਮਦ ਸ਼ਾਹ ਅਬਦਾਲੀ, ਜ਼ਕਰੀਆ ਖਾਨ ਵਰਗਿਆਂ ਨੂੰ ਮਾਫ਼ ਕੀਤਾ, ਕਦੀ ਵੀ ਨਹੀਂ ਕੀਤਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਮੁਸਲਮਾਨ ਦੇ ਵਿੱਚ ਉਹਨਾਂ ਨੂੰ ਹੀ ਦੇਖਣਾ ਸ਼ੁਰੂ ਕਰ ਦਾਂਗੇ। ਇਹ ਸਾਡਾ ਕਿਰਦਾਰ ਹੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅੱਜ ਦਾ ਜਿਹੜਾ ਇਹ ਐਪੀਸੋਡ ਹੈ, ਇਹ ਥੋੜ੍ਹਾ ਜਿਹਾ ਜਿਹੜੀ ਆਪਣੀ ਮੇਨ ਸਟਰੀਮ ਜੋ ਆਪਾਂ ਡਿਸਕਸ਼ਨ ਕਰ ਰਹੇ ਸੀਗੇ, ਉਹਦੇ ਤੋਂ ਥੋੜ੍ਹਾ ਜਿਹਾ ਹਟ ਕੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ, ਕੁਝ ਡਿਸਕਸ਼ਨਸ ਕਰਨਾ ਚਾਹੁੰਦੀ ਹਾਂ। ਮੈਂ ਬਕਾਇਦਾ ਇਹ ਗੱਲ ਜਾਣਦੀ ਹਾਂ ਕਿ ਅਸੀਂ ਵਾਹਿਗੁਰੂ ਵਰਡ ਦੀ ਜਿਹੜੀ ਜੋ ਇੱਕ ਅੱਖਰ ਦੀ ਮੈਂ ਇਹਨੂੰ ਕੀ ਕਹਾਂ, ਡੈਫੀਨੇਸ਼ਨ ਕਹਾਂ ਜਾਂ ਮਤਲਬ ਕਹਾਂ, ਕਿਉਂਕਿ ਜਾਂ ਫਿਲੋਸਫੀ ਕਹਾਂ, ਅਸੀਂ ਉਹਨੂੰ ਸਮਝਣ ਦੀ ਇੱਕ ਗੱਲ ਆਪਾਂ ਕੋਸ਼ਿਸ਼ ਕਰ ਰਹੇ ਸੀ। ਅਤੇ ਮੈਨੂੰ ਇੰਨਾ ਪਤਾ ਹੈ ਕਿ ਆਪਾਂ ਜਿਹੜਾ ਲਾਸਟ ਐਪੀਸੋਡ ਛੱਡਿਆ ਸੀ, ਆਪਾਂ ਵਾਹੇ ਤੱਕ ਹੀ ਪਹੁੰਚੇ ਸੀ, ਗੁਰੂ ਦੀ ਗੱਲ ਹਜੇ ਅਸੀਂ ਕਰਨੀ ਸੀ। ਅਤੇ ਉਹਦੇ ਵਿਚਕਾਰ 2 ਐਪੀਸੋਡ ਜਿਹੜੇ ਆ ਉਹ ਕੁਐਸਚਨ ਆਨਸਰਸ 'ਤੇ ਪੈ ਗਏ। ਮੈਂ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਾਂ ਕਿ ਉਹ ਤੁਹਾਨੂੰ ਥੋੜ੍ਹਾ ਜਿਹਾ ਇੰਝ ਲੱਗ ਰਿਹਾ ਹੋਊਗਾ ਕਿ ਕਨੈਕਟੀਵਿਟੀ ਕਿਤੇ ਨਾ ਕਿਤੇ ਟੁੱਟ ਗਈ ਆ, ਪਰ ਕੋਈ ਗੱਲ ਨਹੀਂ। ਮੈਂ ਅਕਾਲ ਚੈਨਲ ਦੀ ਟੀਮ ਨੂੰ ਇਹ ਜ਼ਰੂਰ ਰਿਕੁਐਸਟ ਕਰ ਦੂੰਗੀ ਕਿ ਜਿਹੜੀ ਆਪਾਂ ਵਾਹਿਗੁਰੂ ਦੀ ਜਿਹੜਾ ਆਪਾਂ ਸ਼ੁਰੂ ਕੀਤਾ ਸੀ ਅਤੇ ਵਾਹੇ ਤੱਕ ਆਪਾਂ ਪਹੁੰਚੇ ਸੀ, ਉਹ ਦੁਬਾਰਾ ਉਹ ਵਾਲੇ ਐਪੀਸੋਡ ਅਗਲੀ ਵਾਰੀ ਰੀਪਲੇ ਕਰ ਦੇਣ, ਤਾਂ ਕਿ ਕਨੈਕਟੀਵਿਟੀ ਜਿਹੜੀ ਉਹ ਦੁਬਾਰਾ ਬਣ ਜਾਏ, ਔਰ ਜਦੋਂ ਮੈਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂ ਤਾਂ ਆਪਾਂ ਗੁਰੂ ਦੀ ਗੱਲ ਕਰ ਸਕੀਏ। ਅੱਜ ਵਾਲਾ ਐਪੀਸੋਡ ਥੋੜ੍ਹਾ ਜਿਹਾ ਹਟ ਕੇ, ਜਾਂ ਇਹ ਕਹਿ ਲਓ ਕਿ ਥੋੜ੍ਹਾ ਜਿਹਾ ਮੇਨ ਲਾਈਨ ਤੋਂ ਥੋੜ੍ਹਾ ਜਿਹਾ ਮੈਨੂੰ ਅਲੱਗ ਤੋਂ ਕਿਉਂ ਕਰਨਾ ਪਿਆ, ਕਿਉਂਕਿ ਕੁਝ ਚੀਜ਼ਾਂ ਬੜੀਆਂ ਇੰਪੋਰਟੈਂਟ ਸਾਹਮਣੇ ਆਈਆਂ। ਆਪਾਂ ਜਿਹੜਾ ਇਹ ਪ੍ਰੋਗਰਾਮ ਹੈ ਕਿਰਦਾਰੇ ਖਾਲਸਾ, ਬੇਸਿਕਲੀ ਆਪਾਂ ਇਹ ਇਸ ਲਈ ਡਿਸਕਸ ਕਰਨ ਨੂੰ ਕੀਤਾ ਸੀਗਾ ਕਿ ਕਿਰਦਾਰੇ ਖਾਲਸਾ ਹੈ ਕੀ, ਖਾਲਸੇ ਦਾ ਕਿਰਦਾਰ ਕੀ ਆ। ਤਾਂ ਆਪਾਂ ਜਿਹੜੀਆਂ ਫਿਲੋਸਫੀਕਲ ਜਾਂ ਜਿਹੜੀਆਂ ਥਿਓਰੈਟੀਕਲ ਗੱਲਾਂ ਕਰ ਰਹੇ ਹਾਂ, ਤਾਂ ਮੈਨੂੰ ਲੱਗਾ ਕਿ ਜਿਹੜਾ ਦਿੱਲੀ ਚਲੋ ਪ੍ਰੋਟੈਸਟ ਹੋਇਆ ਆ, ਜਿਹੜਾ ਜਿਸ ਤਰੀਕੇ ਨਾਲ ਪੰਜਾਬ ਤੋਂ ਕਿਸਾਨ ਜਿਹੜੇ ਨੇ ਉਹ ਨਿਕਲ ਕੇ ਆਪਣੇ ਘਰਾਂ ਤੋਂ ਔਰ ਆਪਣਾ ਸਾਰਾ ਲਗਜ਼ਰੀ ਲਾਈਫ ਛੱਡ ਕੇ ਜਾਂ ਕੰਫਰਟ ਛੱਡ ਕੇ, ਲਗਜ਼ਰੀ ਨਾ ਵੀ ਕਿ ਕੰਫਰਟ ਛੱਡ ਕੇ ਜਿਸ ਤਰੀਕੇ ਨਾਲ ਉਹ ਚੱਲੇ ਨੇ, ਉਹ ਕਮਾਲ ਉਹਨਾਂ ਨੇ ਔਰ ਕਾਬਿਲੇ ਤਾਰੀਫ ਸੀਗਾ। ਔਰ ਮੈਨੂੰ ਲੱਗਾ ਕਿ ਮੈਂ ਉੱਥੇ ਹਰ ਇੱਕ ਛੋਟੇ ਪਾਰਟਸ ਦੇ ਵਿੱਚ ਵੀ ਜਦੋਂ ਆਪਾਂ ਦੇਖੀਏ, ਤਾਂ ਮੈਨੂੰ ਇੰਝ ਲੱਗਾ ਕਿ ਜਿਵੇਂ ਸਾਡਾ ਜਿਹੜਾ ਕਿਰਦਾਰੇ ਖਾਲਸਾ ਜੋ ਮੈਂ ਥਿਓਰੈਟੀਕਲੀ ਬੋਲਦੀ ਹਾਂ, ਉਹ ਮੈਨੂੰ ਸਾਰਾ ਉੱਥੇ ਪ੍ਰੈਕਟੀਕਲੀ ਹੁੰਦਾ ਨਜ਼ਰ ਆਇਆ। ਅਤੇ ਇਸ ਕਰਕੇ ਮੈਨੂੰ ਲੱਗਾ ਕਿ ਅਗਰ ਮੈਂ ਕਿਰਦਾਰੇ ਖਾਲਸਾ ਦੀ ਗੱਲ ਕਰ ਰਹੀ ਹਾਂ ਔਰ ਉਸ ਪ੍ਰੋਟੈਸਟ ਦੀ, ਉਹ ਜਿਸ ਤਰੀਕੇ ਨਾਲ ਉਹ ਤੁਰੇ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਨਿਰਵੈਰ ਦੀ ਫਿਲੋਸਫੀ ਨੂੰ ਜਿੰਦਾ ਰੱਖਿਆ ਆ, ਜੇ ਉਹਦੀ ਗੱਲ ਨਾ ਕਰਾਂ ਤਾਂ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਮੈਂ ਪੋਲੀਟੀਕਲੀ ਇਨਕਲਾਈਨਡ ਹੋ ਜੂੰਗੀ, ਹੈ ਨਾ। ਇਸ ਕਰਕੇ ਇਹ ਜਿਹੜਾ ਮੇਰਾ ਅੱਜ ਦਾ ਐਪੀਸੋਡ ਹੈ, ਇਹ ਆਪਾਂ ਉਹਨਾਂ ਦੇ ਉੱਤੇ ਰੱਖਾਂਗੇ, ਪਰ ਆਪਾਂ ਗੱਲ ਕਿਰਦਾਰੇ ਖਾਲਸਾ ਦੀ ਹੀ ਕਰਾਂਗੇ। ਹਾਂ, ਇਹ ਜ਼ਰੂਰ ਆ ਕਿ ਜੋ ਪ੍ਰੈਕਟੀਕਲ ਐਗਜ਼ਾਮਪਲਸ ਸਾਡੇ ਸਾਹਮਣੇ ਆਈਆਂ, ਆਪਾਂ ਉਹਦੀ ਲਾਈਟ ਦੇ ਵਿੱਚ ਇਹਦੀ ਗੱਲ ਆਪਾਂ ਕਰਾਂਗੇ। ਮੈਂ ਜਦੋਂ ਵੀ ਕਦੀ ਲੈਕਚਰ ਕਰਦੀ ਹੁੰਦੀ ਹਾਂ ਜਾਂ ਮੈਨੂੰ ਕਿਤੇ ਬੋਲਣ ਦਾ ਮੌਕਾ ਮਿਲਦਾ, ਜਾਂ ਮੈਨੂੰ ਵੈਸੇ ਵੀ ਅਸੀਂ ਕਦੀ ਆਪਸ ਵਿੱਚ ਵੀ ਕੋਈ ਗੱਲ ਕਰੀਏ, ਤਾਂ ਅਕਸਰ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਹੋਰ ਵੀ ਕਈ ਸਾਡੇ ਜਿਹੜੇ ਬੁੱਧੀਜੀਵ ਨੇ, ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਸਿੱਖ ਕੌਮ ਜਿਹੜੀ ਹੈ ਨਾ, ਉਹ ਬੜੀ ਨਿਘਾਰ ਵੱਲ ਜਾ ਰਹੀ ਹੈ। ਤਾਂ ਮੈਂ ਅਕਸਰ ਇਹ ਗੱਲ ਸੋਚਦੀ ਹੁੰਦੀ ਸੀ, ਔਰ ਇਹ ਮੈਨੂੰ ਇੱਕ ਵਾਰੀ ਮੈਨੂੰ ਇੰਨਾ ਯਾਦ ਹੈ ਕਿ ਮੋਹਿੰਦਰ ਸਿੰਘ ਖਹਿਰਾ ਹੋਣਾ ਨਾਲ ਮੇਰੀ ਗੱਲ ਹੋ ਰਹੀ ਸੀ, ਤਾਂ ਮੈਨੂੰ ਉਹਨਾਂ ਨੇ ਕਿਹਾ, ਕਹਿੰਦੇ ਕਿ ਬਹੁਤ ਤਕਲੀਫ ਹੁੰਦੀ ਆ ਇਹ ਵੇਖ ਕੇ ਕਿ ਜਿਹੜੀ ਕੌਮ ਇੰਨੀਆਂ ਸ਼ਹਾਦਤਾਂ ਦੇ ਬਾਅਦ ਸਿਰਜੀ ਗਈ ਹੋਵੇ, ਤਾਂ ਉਹ ਇੰਨੀ ਛੇਤੀ ਨਿਘਾਰ ਵੱਲ ਜਾਣਾ ਸ਼ੁਰੂ ਹੋ ਜਾਏ। ਮੈਨੂੰ ਵੀ ਇਹ ਗੱਲ ਬੜੀ ਤਕਲੀਫ ਦਿੰਦੀ ਸੀ ਕਿ ਇਹਦਾ ਆਪਾਂ ਕੀ ਕਰ ਸਕਦੇ ਹਾਂ, ਕਿੱਦਾਂ ਕਰ ਸਕਦੇ ਹਾਂ। ਕਿਰਦਾਰੇ ਖਾਲਸਾ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ ਦਾ ਜਿਹੜਾ ਇੱਕ ਮੁੱਖ ਕਾਰਨ ਸੀ, ਉਹ ਬੇਸਿਕਲੀ ਆਹੀ ਸੀ।
ਪਰ ਫਿਰ ਵੀ ਨਾ ਇੱਕ ਉਮੀਦ ਜਾਪਦੀ ਸੀ। ਔਰ ਹਮੇਸ਼ਾ ਮੈਨੂੰ ਗੁਰੂ ਮਹਾਰਾਜ ਦੇ ਜਿਹੜੇ ਬਚਨ ਨੇ ਉਹ ਯਾਦ ਆਉਂਦੇ ਆ, ਦਾਵਾ ਅਗਨ ਬਹੁਤ ਤ੍ਰਿਣਜਾਲੇ, ਕੋਈ ਹਰਿਆ ਬੂਟ ਰਹੀ ਹੋ ਰਹੀ। ਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਜਦੋਂ ਜੰਗਲ ਦੀ ਅੱਗ, ਜਿਹੜੀ ਪ੍ਰਚੰਡ ਜੰਗਲ ਦੀ ਅੱਗ ਨੇ ਜਦੋਂ ਸਾਰਾ ਜੰਗਲ ਸਾੜ ਦਿੱਤਾ, ਅਤੇ ਕੋਈ ਜਿਹੜਾ ਹਰਿਆ ਬੂਟ ਹੈ, ਕੋਈ ਹਰਿਆ ਬੂਟਾ ਜਿਹੜਾ ਉਹ ਫਿਰ ਵੀ ਬਚ ਗਿਆ, ਹੈ ਨਾ। ਮੈਨੂੰ ਇਹ ਲੱਗਦਾ ਹੁੰਦਾ ਸੀਗਾ ਕਿ ਗੁਰੂ ਮਹਾਰਾਜ ਸਾਨੂੰ ਜਿੱਦਾਂ ਐਨੈਕਡੋਟਸ ਦੇ ਨਾਲ ਸਾਨੂੰ ਸਮਝਾ ਰਹੇ ਆ, ਸਾਨੂੰ ਕਹਾਣੀਆਂ ਦੇ ਨਾਲ ਸਮਝਾ ਰਹੇ ਆ ਕਿ ਜੰਗਲ ਦੀ ਅੱਗ ਪ੍ਰਚੰਡ ਹੋਣੀ ਆ। ਜਦੋਂ ਹੋਊਗੀ ਜੰਗਲ ਦੀ ਅੱਗ ਪ੍ਰਚੰਡ, ਤਾਂ ਫਿਰ ਵੀ ਜਿਹੜੇ ਹਰੇ ਬੂਟ ਨੇ ਉਹ ਰਹਿ ਜਾਣਗੇ। ਅਤੇ ਇਸੇ ਤੋਂ ਮੈਨੂੰ ਇੱਕ ਹੌਸਲਾ ਮਿਲਦਾ ਸੀਗਾ ਕਿ ਜੇ ਜੰਗਲ ਦੀ ਅੱਗ ਨੂੰ ਗੁਰੂ ਮਹਾਰਾਜ ਦੱਸ ਰਹੇ ਨੇ, ਤਾਂ ਜਿਹੜੀ ਇਹ ਸਿੱਖੀ ਨਾਮ ਦੀ ਜਿਹੜੀ ਫੁਲਵਾੜੀ ਹੈ, ਇਹ ਤਾਂ ਸ਼ਹੀਦਾਂ ਸਿੰਘਾਂ ਦੇ ਖੂਨ ਦੇ ਨਾਲ ਸੀਂਚੀ ਹੋਈ ਫੁਲਵਾੜੀ ਹੈ। ਇਹ ਐਡੀ ਛੇਤੀ ਕੋਈ ਵੀ, ਭਾਵੇਂ ਕਿ ਕੋਈ ਵੀ ਜੰਗਲ ਦੀ ਅੱਗ ਹੋਵੇ, ਕਿੰਨੀ ਮਰਜ਼ੀ ਉਹ ਪ੍ਰਚੰਡ ਹੋ ਜੇ, ਕਿੰਨੀ ਮਰਜ਼ੀ ਉਹ ਤਾਕਤਵਰ ਬੰਦੇ ਨੇ ਲਾਈ ਹੋਵੇ, ਪਰ ਫਿਰ ਵੀ ਕੋਈ ਨਾ ਕੋਈ ਹਰਿਆ ਬੂਟ ਤਾਂ ਜਿਹੜਾ ਉਹ ਰਹੂਗਾ ਹੀ ਰਹੂਗਾ। ਇਹ ਮੇਰੇ ਦਿਲ ਦਾ ਇੱਕ ਯਕੀਨ ਸੀ। ਅਤੇ ਉਹ ਮੈਨੂੰ ਇੰਝ ਲੱਗਾ ਕਿ ਜਿੱਦਾਂ ਗੁਰੂ ਪਾਤਸ਼ਾਹ ਨੇ ਮੇਰੇ ਵਰਗਿਆਂ ਨੂੰ, ਕਈਆਂ ਨੂੰ ਜਵਾਬ ਦੇ ਦਿੱਤਾ ਕਿ ਕੋਈ ਹਰਿਆ ਬੂਟ ਰਹੀ ਹੋ ਰਹੀ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਸੱਚ ਆ। ਕਿਤੇ ਨਾ ਕਿਤੇ ਅਜੇ ਵੀ ਸਾਡੇ ਜਿਹੜੇ ਕੌਮ ਦੇ ਵਿੱਚ ਉਹ ਕਿਰਦਾਰ ਆ ਉਹ ਖ਼ਤਮ ਨਹੀਂ ਹੋਇਆ। ਥੋੜ੍ਹਾ ਸਮਾਂ ਪਹਿਲਾਂ ਮੈਨੂੰ ਥੋੜ੍ਹਾ ਸਮਾਂ ਪਹਿਲਾਂ ਜਦੋਂ 2 ਮਹੀਨੇ ਤੋਂ ਇਹਨਾਂ ਦਾ ਪ੍ਰੋਟੈਸਟ ਚੱਲ ਰਿਹਾ ਸੀਗਾ, ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਉਣੀ ਕਿ ਕਿੱਦਾਂ ਅਸੀਂ ਕਿੱਥੇ ਆ ਗਏ ਨਾ। ਫਿਰ ਉਹ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹ ਗੱਲ ਜਿਹੜੀ ਆ ਉਹ ਬਣ ਜਾਂਦੀ ਆ ਕਿ ਅਸੀਂ ਕਿੱਥੋਂ ਚੱਲੇ ਸੀ, ਕਿੱਥੋਂ ਤੱਕ ਆ ਗਏ, ਅਤੇ ਅੱਜ ਸਾਨੂੰ ਆਪਣੀ ਖੇਤੀ ਬਚਾਉਣ ਲਈ 2-2 ਮਹੀਨੇ ਅਸੀਂ ਬੈਠੇ, ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ। ਤਾਂ ਮੈਂ ਆਪਣੇ ਆਪ ਦੇ ਵਿੱਚ ਬੜੀ ਨਿਰਾਸ਼ਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੀਗੀ ਕਿ ਕਿਉਂ ਐਸੀ ਵੀ ਉਹਨਾਂ ਦੀ ਵਿਚਾਰਿਆਂ ਦੀ ਕਿਹੜੀ ਡਿਮਾਂਡ ਆ ਕਿ ਜਿਹੜੀ ਸੈਂਟਰ ਸਰਕਾਰ ਨੂੰ ਉਹਨਾਂ ਦੇ ਸਾਹਮਣੇ ਮਤਲਬ ਲੱਗ ਰਿਹਾ ਕਿ ਨਹੀਂ ਜੀ ਅਸੀਂ ਤਾਂ ਬੋਲ ਦਿੱਤਾ। ਉਹ ਜਿਹੜੀ ਉਹਨਾਂ ਦਾ ਜਿਹੜਾ ਆਕੜ ਆ, ਜਿਹੜਾ ਈਗੋ ਹੈ, ਉਹ ਕਿਉਂ ਹੈ ਉਹਨਾਂ ਦੇ ਵਾਸਤੇ। ਅਤੇ ਉਹਨਾਂ ਦੀ ਉਹ ਜਿਹੜੇ ਉੱਥੇ ਬੈਠੇ ਆ ਉਹ ਅੱਗੇ ਕੀ ਕਰਨਗੇ, ਮੈਨੂੰ ਇਹ ਥੋੜ੍ਹਾ ਜਿਹਾ ਇੱਕ ਟਰਬਲ ਦਿੰਦਾ ਸੀਗਾ ਇਹ ਸਵਾਲ। ਮੈਂ ਗੁਰੂ ਪਾਤਸ਼ਾਹ ਕੋਲੇ ਅਰਦਾਸ ਕਰਦੀ ਸੀਗੀ ਕਿ ਗੁਰੂ ਮਹਾਰਾਜ, ਕਿਆ ਤੇਰਾ ਜਿਹੜਾ ਹੁਣ ਖਾਲਸਾ ਆ, ਤੇਰਾ ਜਿਹੜਾ ਸਿੱਖ ਆ, ਉਹ ਹੁਣ ਇਸ ਤਰੀਕੇ ਨਾਲ ਧਰਨਿਆਂ ਮੁਜ਼ਾਹਰਿਆਂ 'ਚ ਰੁਲਣ ਜੋਗਾ ਰਹਿ ਗਿਆ? ਕਿਆ ਲੋਕ ਸਿਰਫ ਇਹਨੂੰ ਇਸੇ ਤਰੀਕੇ ਨਾਲ ਯਾਦ ਰੱਖਣਗੇ ਕਿ ਇਹਨਾਂ ਨੇ 2 ਮਹੀਨੇ ਉੱਥੇ ਲਾਇਆ ਸੀ, 2 ਮਹੀਨੇ ਉੱਥੇ ਲਾਇਆ ਸੀ, ਕੁਛ ਨਹੀਂ ਨਿਕਲਿਆ? ਪਰ ਜਿਸ ਤਰੀਕੇ ਨਾਲ, ਕਿਉਂਕਿ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਤੁਸੀਂ ਅਰਦਾਸ ਕਰੋ ਨਾ, ਇਹ ਮੇਰਾ ਯਕੀਨ ਆ ਕਿ ਉਹ ਤੁਹਾਨੂੰ ਜਵਾਬ ਜ਼ਰੂਰ ਦਿੰਦੇ ਨੇ, ਉੱਤਰ ਜ਼ਰੂਰ ਦਿੰਦੇ ਨੇ, ਔਰ ਕਿਆ ਬਾਖੂਬੀ ਉੱਤਰ ਦਿੰਦੇ ਨੇ ਉਹ। ਤੁਹਾਨੂੰ ਇੰਝ ਵਾਕਈ ਲੱਗਦਾ ਆ ਕਿ ਮੇਰੇ ਸਾਹਮਣੇ ਗੁਰੂ ਪਾਤਸ਼ਾਹ ਬੈਠੇ ਔਰ ਉਹ ਗੱਲਾਂ ਕਰ ਰਹੇ। ਕੁਛ ਹੀ ਟਾਈਮ ਬਾਅਦ ਉਹਨਾਂ ਨੇ ਆਹ ਜਿਹੜਾ ਦਿੱਲੀ ਚਲੋ ਮਾਰਚ ਵਾਲੀ ਗੱਲ ਜਿਹੜੀ ਆ ਉਹ ਐਸੀ ਕਰਕੇ ਦਿਖਾਈ, ਮੇਰੇ ਵਰਗੇ ਘਰ ਬੈਠੇ ਸੋਚਦੇ ਸੀਗੇ ਕਿ ਉਹਨਾਂ ਨੇ ਇੰਨੇ ਪੱਥਰ ਲਾ ਦਿੱਤੇ, ਕਿੰਨਾ ਕੁਛ ਪੱਟ ਕੇ ਰੱਖ ਦਿੱਤਾ, ਸੜਕਾਂ ਪੱਟ ਦਿੱਤੀਆਂ, ਇਹ ਕਿੱਦਾਂ ਜਾਣਗੇ? ਪਰ ਜਿਸ ਤਰੀਕੇ ਨਾਲ ਉੱਥੇ ਉਹ ਸਾਰਾ ਵਰਤਾਰਾ ਵਰਤਿਆ, ਤਾਂ ਮੈਨੂੰ ਉਹ ਗੱਲ ਯਾਦ ਆ ਗਈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਲੜਨ ਆਉਂਦਾ ਆ, ਹੈ ਨਾ, ਅਤੇ ਜੱਸਾ ਸਿੰਘ ਆਹਲੂਵਾਲੀਆ ਸਰਦਾਰਾਂ ਹੋਣਾ ਨਾਲ, ਅਤੇ ਜਦੋਂ ਉਹ ਆ ਕੇ ਦੇਖਦਾ, ਕਿਉਂਕਿ ਉਹਨੇ ਤਾਂ ਆਪਣੇ ਵੱਲੋਂ 300-400 ਸਿੱਖ ਹੀ ਛੱਡਿਆ ਸੀਗਾ, ਅਤੇ ਜਦੋਂ ਆ ਕੇ ਦੇਖਦਾ ਤਾਂ ਅੱਗੇ ਪੂਰਾ 60,000 50,000 60,000 ਬੰਦੇ ਦੀ ਫੌਜ ਉਹਨੂੰ ਨਜ਼ਰ ਆਉਂਦੀ ਆ, ਚਾਹੇ ਜਿੰਨੀ ਵੀ ਹੋਵੇ, ਕਿਉਂਕਿ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਮੈਂ ਨਹੀਂ ਪੈਂਦੀ। ਤਾਂ ਉਹ ਫਿਰ ਉਹ ਜਦੋਂ ਪੁੱਛਦਾ ਆ ਕਿ ਇਹ ਤਾਂ ਸਾਰੇ ਖਤਮ ਹੋ ਗਏ ਸੀਗੇ ਅਤੇ ਇਹ ਕਿੱਥੋਂ ਆ ਗਏ, ਤਾਂ ਅੱਗੋਂ ਜੋ ਉਹਨੂੰ ਜਵਾਬ ਮਿਲਦਾ ਆ, ਉਹ ਜਵਾਬ ਇਹ ਆ ਕਿ ਨਾ ਇਹ ਜੰਮਦੇ ਆ, ਨਾ ਇਹ ਮਰਦੇ ਆ, ਇਹ ਪ੍ਰਗਟ ਹੁੰਦੇ ਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਤੇ ਉਹ ਜਿਹੜਾ ਪ੍ਰਗਟ ਹੁੰਦਾ ਖਾਲਸਾ ਨਾ, ਉਹ ਮੈਂ ਉਸ ਪ੍ਰੋਟੈਸਟ ਵਿੱਚ ਦੇਖਿਆ। ਹੋ ਸਕਦਾ ਕਿ ਮੇਰੀ ਗੱਲ ਦੇ ਨਾਲ ਕੋਈ ਸਹਿਮਤ ਨਾ ਹੋਵੇ, ਜਾਂ ਕਿਸੇ ਨੂੰ ਇਹ ਲੱਗੇ ਕਿ ਨਹੀਂ ਜੀ ਇਹਨੂੰ ਆਪਾਂ ਰਿਲੀਜਨ ਨਾਲੋਂ ਦੂਰ ਰੱਖੀਏ। ਇਹ ਅਕਸਰ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਆ ਕਿ ਪ੍ਰੋਟੈਸਟ ਜਿਹੜਾ ਉਹਨੂੰ ਰਿਲੀਜਨ ਦੇ ਨਾਲ ਨਹੀਂ ਜੋੜਨਾ ਚਾਹੀਦਾ। ਹੁਣ ਚੱਕਰ ਇਹ ਆ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਨਾ, ਉਹ ਸਿੱਖ ਵੀ ਹੈਗਾ, ਤਾਂ ਤੁਸੀਂ ਸਿੱਖ ਨੂੰ, ਕਿਸਾਨ ਨੂੰ 2 ਅਲੱਗ-ਅਲੱਗ ਚੀਜ਼ਾਂ ਕਰਕੇ ਨਹੀਂ ਦੇਖ ਸਕਦੇ, 2 ਐਂਟੀਟੀਜ਼ ਕਰਕੇ ਨਹੀਂ ਦੇ ਸਕਦੇ। ਜਿਹੜੀ ਆਈਡੈਂਟੀਟੀ ਹੁੰਦੀ ਹੈ ਨਾ, ਜਿਹੜੇ ਲੋਕ ਆਈਡੈਂਟੀਟੀ ਨੂੰ ਸਮਝਦੇ ਆ, ਪੜ੍ਹਦੇ ਆ, ਉਹਨਾਂ ਨੂੰ ਇੰਨਾ ਪਤਾ ਆ ਕਿ ਆਈਡੈਂਟੀਟੀ ਇਜ਼ ਨਥਿੰਗ ਕਿ ਕੋਈ ਕੋਰ ਦੇ ਵਿੱਚ ਬੈਠਾ ਅਤੇ ਉਹਦੇ ਉੱਪਰ ਪਰਤਾਂ ਆ, ਨਹੀਂ। ਆਈਡੈਂਟੀਟੀ ਇਜ਼ ਕਿ ਤੁਸੀਂ ਕਿਵੇਂ ਬਣੇ ਆ, ਤੁਸੀਂ ਕਾਹਦੇ ਬਣੇ ਆ। ਸੋ ਬੇਸਿਕਲੀ ਜਿਹੜੀ ਸਾਡੀ ਜੜ੍ਹ ਆ ਉਹ ਸਿੱਖੀ ਆ। ਜਿਹੜੇ ਪੰਜਾਬ ਦੇ ਕਿਸਾਨ ਆ, ਮੈਕਸੀਮਮ ਪੰਜਾਬ ਦੇ ਕਿਸਾਨ ਆ, ਉਹਨਾਂ ਦੇ ਵਿੱਚ ਹੋ ਸਕਦਾ ਕੋਈ ਹੋਰ ਵੀ ਹੋਵੇ, ਦੈਟਸ ਓਕੇ, ਪਰ ਜਿਹੜੇ ਮੈਕਸੀਮਮ ਦੀ ਗੱਲ ਮੈਂ ਕਰ ਰਹੀ ਹਾਂ। ਤਾਂ ਇਸ ਕਰਕੇ ਉਹ ਜਿਹੜਾ ਇਹ ਸਿੱਖੀ ਵਰਤਾਰੇ ਨੂੰ, ਸਿੱਖੀ ਦੇ ਨਾਲ ਮਿਲੇ ਹੋਏ ਕਿਰਦਾਰ ਨੂੰ
ਪੰਜਾਬ ਦੇ ਕਿਸਾਨਾਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ, ਦੇਖਿਆ ਹੀ ਨਹੀਂ ਜਾ ਸਕਦਾ। ਮੈਨੂੰ ਯਾਦ ਆ ਕਿ ਜਦੋਂ ਇਹ ਸ਼ੁਰੂ ਹੋਇਆ ਸੀ ਪ੍ਰੋਟੈਸਟ, ਤੇ ਕਿਸੇ ਨੇ ਆਪਣੇ ਸਟੇਜ ਤੋਂ ਕਿਹਾ ਸੀਗਾ ਕਿ ਇੱਥੇ ਬੋਲੇ ਸੋਨੇ ਹਾਲ ਦਾ ਜੈਕਾਰਾ ਨਹੀਂ ਲੱਗਣਾ, ਜਾਂ ਤੁਸੀਂ ਜਿਹੜੇ ਵੀ ਜੈਕਾਰੇ ਲਾਉਣੇ ਹੋ ਜੈ ਜਵਾਨ ਜੈ ਕਿਸਾਨ ਦੇ ਲਾਓ, ਤਾਂ ਕਿ ਕਿਸੇ ਨੂੰ ਕੋਈ ਕਿਸੇ ਪਰਟੀਕੂਲਰ ਰਿਲੀਜਨ ਦੇ ਨਾਲ ਨਾ ਜੋੜਿਆ ਜਾਵੇ। ਪਰ ਜਿਸ ਤਰੀਕੇ ਨਾਲ ਜਦੋਂ ਤੋਂ ਦਿੱਲੀ ਚਲੋ ਅੰਦੋਲਨ ਸ਼ੁਰੂ ਹੋਇਆ, ਜਦੋਂ ਤੋਂ ਉਹਨਾਂ ਨੇ ਉਹ ਜਿਹੜੇ ਪੱਥਰ ਆ ਉਹ ਚੁੱਕ ਚੁੱਕ ਕੇ ਸਿੱਟਣੇ ਸ਼ੁਰੂ ਕੀਤੇ ਔਰ ਮਿੱਟੀ ਜਿਹੜੀ ਉਹ ਹੱਥਾਂ ਨਾਲ ਹੀ ਪਾਸੇ ਕਰਨੀ ਸ਼ੁਰੂ ਕੀਤੀ, ਤਾਂ ਇੱਕ ਵੀ ਜਗ੍ਹਾ ਦੇ ਉੱਤੇ ਮੈਨੂੰ ਹੋਰ ਕੋਈ ਨਾਅਰਾ ਨਜ਼ਰ ਨਹੀਂ ਆਇਆ। ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਦਾ ਜਿਹੜਾ ਜੈਕਾਰਾ ਸਾਡਾ ਉਹੀ ਨਜ਼ਰ ਆਇਆ। ਹੁਣ ਇਹ ਕਿਉਂ ਆ? ਕਿਉਂਕਿ ਉਹ ਸਾਡੇ ਆਪਣੇ ਅੰਦਰ ਆ, ਸਾਡੇ ਸਬਕੌਂਸ਼ੀਅਸ ਦੇ ਵਿੱਚ ਉਹ ਬੈਠੀ ਹੋਈ ਆ। ਕਦੀ ਸ਼ਹੀਦਾਂ ਦੇ ਖੂਨ ਵੀ ਅਜਾਏ ਜਾਂਦੇ ਆ, ਕਦੀ ਨਹੀਂ ਜਾਂਦੇ। ਉਹ ਜਿਹੜੇ ਕਿਉਂਕਿ ਜਿਹੜੀ ਇਹ ਕੌਮ ਦੀ ਜਿਹੜੀ ਨੀਂਹ ਹੈ ਨਾ, ਉਹ 4 ਸਾਹਿਬਜ਼ਾਦਿਆਂ ਦੇ ਸਿਰ ਦੇ ਉੱਤੇ ਖੜੀ ਹੈ। ਤੁਸੀਂ ਉਹਨੂੰ ਕਿੱਦਾਂ ਹਿਲਾਓਗੇ? ਹਿਲਾ ਹੀ ਨਹੀਂ ਸਕਦੇ, ਪੋਸੀਬਲ ਹੀ ਨਹੀਂ। ਤਾਂ ਉਹ ਜਿਹੜਾ ਖਾਲਸਾ ਪ੍ਰਗਟ ਹੁੰਦਾ, ਮੈਂ ਆਪ ਵੇਖਿਆ ਉਸ ਦਿਨ, ਹੈ ਨਾ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਬਹੁਤ ਸਾਰੇ ਮੁੰਡੇ ਜਿਹੜੇ ਆ ਉਹ ਵਾਕਈ ਨਸ਼ਿਆਂ ਦੇ ਵਿੱਚ ਹੈਗੇ ਆ। ਔਰ ਮੈਂ ਪੰਜਾਬ ਤੋਂ ਆਈ ਹਾਂ, ਮੈਨੂੰ ਪਤਾ ਆ ਉੱਥੋਂ ਦੀ ਜਿਹੜੀ ਗਰਾਊਂਡ ਰਿਐਲਿਟੀ ਕੀ ਆ। ਬਕਾਇਦਾ ਨਸ਼ੇ ਉੱਥੇ ਬਹੁਤ ਜ਼ਿਆਦਾ ਆ। ਪਰ ਉਹ ਮੁੰਡੇ ਕਿਹੜੇ ਸੀ? ਔਰ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਸਾਡੇ ਯੰਗਸਟਰਸ ਨੂੰ ਨਾ ਸਾਡਾ ਇਤਿਹਾਸ ਨਹੀਂ ਪਤਾ। ਜੇ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਤੇ ਇਹ ਕੌਣ ਲੋਕ ਸੀ ਜਿਹੜੇ ਬਾਬਾ ਬਘੇਲ ਸਿੰਘ ਹੁਣਾਂ ਦੀ ਗੱਲ ਕਰ ਰਹੇ ਸੀ, ਬੋਤਾ ਸਿੰਘ ਗਰਜਾ ਸਿੰਘ ਹੁਣਾਂ ਦੀ ਗੱਲ ਕਰ ਰਹੇ ਸੀ? ਉਹ ਕੌਣ ਲੋਕ ਸੀ? ਇਹ ਸਾਰਾ ਕੁਝ ਵੇਖ ਕੇ ਮੈਂ ਬੜੀ ਹੈਰਾਨ ਸੀ। ਔਰ ਉਸ ਦਿਨ ਪਤਾ ਨਹੀਂ ਕਿਸੇ ਦਾ ਕੁਛ ਤੇ ਮੈਂ ਇੱਕੋ ਗੱਲ ਹੀ ਮੇਰੀਆਂ ਬਾਰ-ਬਾਰ ਮੇਰਾ ਗਲਾ ਭਰ ਰਿਹਾ ਸੀ, ਬਾਰ-ਬਾਰ ਮੇਰੀਆਂ ਅੱਖਾਂ 'ਚ ਪਾਣੀ ਆ ਰਿਹਾ ਸੀ, ਤੇ ਮੈਂ ਬਾਰ-ਬਾਰ ਇਹ ਗੱਲ ਕਹਿ ਰਹੀ ਸੀਗੀ ਕਿ ਗੁਰੂ ਪਾਤਸ਼ਾਹ ਵਾਕਈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੇਰਾ ਹੁਣ ਵੀ ਮਨ ਭਰ ਆਇਆ, ਵਾਕਈ ਹੀ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਹੈ। ਖੈਰ, ਇਸ ਕਰਕੇ ਮੈਨੂੰ ਲੱਗਾ ਕਿ ਜਿਹੜਾ ਇਹ ਵਾਲਾ ਅੱਜ ਦਾ ਐਪੀਸੋਡ ਆਪਾਂ ਉਹਨਾਂ ਨੂੰ ਡੈਡੀਕੇਟ ਕਰਦੀ ਆ, ਆਪਾਂ ਉਹਨਾਂ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹਨਾਂ ਨਾਲ ਆਪਾਂ ਦੇਖੀਏ ਕਿ ਉਹਨਾਂ ਨੇ ਕੀ ਕੀਤਾ, ਔਰ ਇਹਦੇ ਵਿੱਚੋਂ ਸਾਡਾ ਕਿਰਦਾਰੇ ਖਾਲਸਾ ਸਾਹਮਣੇ ਕਿੱਦਾਂ ਆਉਂਦਾ, ਇਹ ਦੇਖਣਾ ਜ਼ਰੂਰੀ ਆ। ਹੁਣ ਸ਼ੁਰੂ ਕਰਨ ਤੋਂ ਪਹਿਲਾਂ, ਵੈਸੇ ਤਾਂ ਮੈਨੂੰ ਲੱਗਦਾ ਅੱਧਾ ਟਾਈਮ ਤਾਂ ਆਪਣਾ ਹੋ ਗਿਆ, ਪਰ ਫਿਰ ਵੀ ਸ਼ੁਰੂ ਕਰਨ ਤੋਂ ਪਹਿਲਾਂ 2 ਗੱਲਾਂ ਜਿਹੜੀਆਂ ਮੈਨੂੰ ਥੋੜ੍ਹੀਆਂ ਚੰਗੀਆਂ ਵੀ ਲੱਗੀਆਂ ਔਰ ਥੋੜ੍ਹੀਆਂ ਖੜੀਆਂ ਵੀ, ਕਿ ਇਹਨਾਂ ਉੱਤੇ ਆਪਾਂ ਨੂੰ ਹੋਰ ਕੰਮ ਕਰਨਾ ਚਾਹੀਦਾ, ਉਹ ਇੰਪੋਰਟੈਂਟ ਆ। ਪਹਿਲੀ ਤਾਂ ਮੀਡੀਆ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿਉਂਕਿ ਨੈਸ਼ਨਲ ਮੀਡੀਆ ਨੇ ਕੁਛ ਨਹੀਂ ਦਿਖਾਇਆ, ਇੰਟਰਨੈਸ਼ਨਲ ਮੀਡੀਆ ਨੇ ਨੈਸ਼ਨਲ ਮੀਡੀਆ ਦਾ ਨੈਰੇਟਿਵ ਫੋਲੋ ਕੀਤਾ। ਸਾਡਾ ਜਿਹੜਾ ਪੰਜਾਬੀ ਮੀਡੀਆ ਸੀ ਨਾ, ਉਹ ਇੰਨਾ ਪਾਵਰਫੁਲ ਸੀ। ਔਰ ਉੱਥੇ ਮੈਨੂੰ ਲੱਗ ਰਿਹਾ ਸੀਗਾ ਜਿਵੇਂ ਇਕੱਲਾ ਬੱਚਾ ਮੀਡੀਆ ਹੈ, ਉਹ ਆਪਣੇ ਫੋਨਾਂ ਤੋਂ ਲਾਈਵ ਹੋਏ ਸੀਗੇ। ਪਰ ਉਹਦੇ ਨਾਲ ਜਿਵੇਂ ਜਿੰਨਾ ਵੀ ਜਿਹੜਾ ਸਾਡਾ ਪੰਜਾਬੀ ਮੀਡੀਆ ਆ, ਉਹਨੇ ਇੰਨਾ ਸਾਰਥਕ ਕੰਮ ਕੀਤਾ ਕਿ ਸ਼ਾਇਦ ਇਹ ਖਬਰਾਂ ਸਾਡੇ ਤੱਕ ਕਦੀ ਨਹੀਂ ਸੀ ਪਹੁੰਚਣੀਆਂ। ਸ਼ਾਇਦ ਇਹ ਸੰਘਰਸ਼ ਨੂੰ ਵੀ ਕੋਈ ਹੋਰ ਹੀ ਨਾਮ ਦਿੱਤਾ ਜਾਣਾ ਸੀ, ਜਾਂ ਸ਼ਾਇਦ ਪਤਾ ਨਹੀਂ ਕਿਸ ਤਰੀਕੇ ਨਾਲ ਇਹਨੂੰ ਪ੍ਰੈਡਿਕਟ ਕੀਤਾ ਜਾਂਦਾ, ਡਿਪਿਕਟ ਕੀਤਾ ਜਾਂਦਾ, ਜੇ ਸਾਡਾ ਆਪਣਾ ਮੀਡੀਆ ਉੱਥੇ ਨਾ ਹੁੰਦਾ। ਸਾਡੇ ਆਪਣੇ ਮੀਡੀਆ ਨੇ ਇੰਨਾ ਕੁ ਉੱਥੇ ਸਾਰਥਕ ਕੰਮ ਕੀਤਾ ਕਿ ਮੈਨੂੰ ਇੰਝ ਲੱਗਾ ਕਿ ਇੱਕ ਚੀਜ਼ ਦੀ ਕਮੀ ਥੋੜ੍ਹੀ ਜਿਹੀ ਜਿਹੜੀ ਉਹ ਰਹਿ ਗਈ ਆ, ਉਹ ਇਹ ਆ ਕਿ ਸਾਨੂੰ ਆਪਣੇ ਮੀਡੀਆ ਨੂੰ ਹੋਰ ਸਟਰੋਂਗ ਕਰਨ ਦੀ ਲੋੜ ਆ। ਸਾਨੂੰ ਆਪਣੇ ਮੀਡੀਆ ਨੂੰ ਇੰਟਰਨੈਸ਼ਨਲ ਬਣਾਉਣ ਦੀ ਲੋੜ ਆ। ਹੁਣ ਇੰਟਰਨੈਸ਼ਨਲ ਬਣਾਉਣ ਤੋਂ ਮੇਰਾ ਮਤਲਬ ਹੈ ਕਿ ਅੰਗਰੇਜ਼ੀ ਭਾਸ਼ਾ, ਕਿਉਂਕਿ ਜਿਹੜਾ ਨੈਰੇਟਿਵ ਕੰਸਟਰਕਟ ਹੋ ਗਿਆ, ਜੋ ਇੰਟਰਨੈਸ਼ਨਲ ਨੈਰੇਟਿਵ ਕੰਸਟਰਕਟ ਹੈ ਨਾ, ਕੰਸਟਰਕਟ ਹੋ ਰਿਹਾ, ਉਹ ਬੇਸਿਕਲੀ ਨੈਸ਼ਨਲ ਨੈਰੇਟਿਵ ਕੰਸਟਰਕਟ ਕਰ ਰਿਹਾ। ਜੋ ਨੈਸ਼ਨਲ TV ਇੰਗਲਿਸ਼ ਵਿੱਚ ਜਾਂ ਹਿੰਦੀ 'ਚ ਦੱਸ ਰਹੇ ਆ, ਉਸੇ ਚੀਜ਼ ਨੂੰ ਇੰਟਰਨੈਸ਼ਨਲ ਮੀਡੀਆ ਜਿਹੜਾ ਮੰਨ ਰਿਹਾ, ਚਾਹੇ ਉਹ ਅਲ ਜਜ਼ੀਰਾ ਹੋ ਜਾਏ, ਚਾਹੇ ਉਹ CNN ਹੋ ਜਾਏ, ਚਾਹੇ BBC ਹੋ ਜਾਏ। ਸਾਨੂੰ ਜ਼ਰੂਰਤ ਹੈ ਕਿ ਆਪਾਂ ਰਲ ਮਿਲ ਕੇ ਜਿਹੜੇ ਆਪਣੇ ਮੀਡੀਆ ਜਿਹੜਾ ਖੜਾ ਹੈ ਨਾ, ਇਹਨੂੰ ਹੋਰ ਸਟਰੋਂਗ ਕਰੀਏ, ਕਿਸੇ ਵੀ ਤਰੀਕੇ ਨਾਲ ਕਰੀਏ। ਇਹਦੇ ਵਿੱਚ ਮੈਂ ਅਕਾਲ ਚੈਨਲ ਦੀ ਟੀਮ ਨਾਲ ਤਾਂ ਗੱਲ ਕਰੂੰਗੀ ਕਿ ਆਪਾਂ ਕਿਤੇ ਨਾ ਕਿਤੇ ਇੰਗਲਿਸ਼ ਜਿਹੜੀ ਹੈ ਨਾ, ਉਹਨੂੰ ਵੀ ਨਾਲ ਯੂਜ਼ ਕਰਨਾ ਸ਼ੁਰੂ ਕਰੀਏ। ਕਿਸੇ ਤਰੀਕੇ ਨਾਲ ਵੀ ਆਪਾਂ ਚਾਹੇ ਇੱਕ ਪੈਰਲਲ ਕੁਛ ਹੋਰ ਖੜਾ ਕਰੋ, ਜਾਂ ਇਹਦੇ ਵਿੱਚ ਹੀ ਕੁਛ ਨਾ ਕੁਛ ਨਵੇਂ ਪ੍ਰੋਗਰਾਮਸ, ਤਾਂ ਕਿ ਲੋਕਾਂ ਨੂੰ ਅੰਗਰੇਜ਼ੀ ਦੇ ਨਾਲ ਜਿਹੜੇ ਲੋਕ ਸਿਰਫ ਸਾਨੂੰ ਅੰਗਰੇਜ਼ੀ ਦੇ ਨਾਲ ਸਮਝਦੇ ਆ, ਯਾਨੀ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਆ, ਜਿੱਦਾਂ ਹੁਣ ਕੋਈ MP ਆ, ਕੋਈ ਬ੍ਰਿਟਿਸ਼ MP ਆ, ਕੋਈ ਕੈਨੇਡੀਅਨ MP ਆ, ਅਗਰ ਉਹਨਾਂ ਨੂੰ ਸਮਝਣਾ ਆ ਤਾਂ ਉਹਨਾਂ ਨੂੰ ਇੰਟਰਨੈਸ਼ਨਲ ਨਿਊਜ਼ ਚੁੱਕਣ ਦੀ ਬਜਾਏ ਜੋ ਗਰਾਊਂਡ ਰਿਐਲਿਟੀ ਤੋਂ ਨਿਊਜ਼ ਆ ਰਹੀਆਂ ਉਹ ਦੇਖਣ ਦਾ ਮੌਕਾ ਮਿਲੇ। ਸੋ ਇੱਕ ਤਾਂ ਇਹ ਮੈਨੂੰ ਲੱਗਾ ਕਿ ਇੱਥੇ ਸਾਨੂੰ ਕੰਮ ਕਰਨ ਦੀ ਲੋੜ ਹੈ। ਦੂਸਰੀ ਗੱਲ, ਸਾਨੂੰ ਆਪਣੀ ਇੰਟਰਨੈਸ਼ਨਲ ਸੇ ਬਣਾਉਣ ਦੀ ਬਹੁਤ ਜ਼ਰੂਰਤ ਹੈ। ਉਹ ਕਿਉਂ? ਕਿਉਂਕਿ ਇੰਟਰਨੈਸ਼ਨਲੀ ਮੈਨੂੰ ਲੱਗ ਰਿਹਾ ਸੀਗਾ ਕਿ ਸਾਡੀ ਆਵਾਜ਼ ਜਿਹੜੀ ਹੈ ਨਾ, ਉਹ ਜਿੰਨੀ ਲਾਊਡ ਐਂਡ ਕਲੀਅਰ ਜਾਣੀ ਚਾਹੀਦੀ ਹੈ, ਉਨੀ ਜਾ ਨਹੀਂ ਰਹੀ।
ਬਹੁਤ ਸਾਰੇ ਜਿਹੜੇ ਸਾਡੇ MPs ਨੇ ਜਾਂ ਜਿਹੜੇ ਫੋਰਨ ਕੰਟਰੀਜ਼, ਜਗਮੀਤ ਸਿੰਘ ਹੁਣਾਂ ਦਾ ਵੀ ਮੈਂ ਕੱਲ੍ਹ ਇੱਕ ਟਵਿੱਟਰ ਦੇਖਿਆ, ਤਨਮਨਜੀਤ ਸਿੰਘ ਢੇਸੀ ਹੁਣਾਂ ਦੀ ਇੱਕ ਲੈਟਰ ਦੇਖੀ ਮੈਂ, ਔਰ ਉਸ ਤੋਂ ਬਿਨਾਂ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਾਲੇ ਨੇ, ਉਹਨਾਂ ਨੇ ਬਕਾਇਦਾ UN ਦੇ ਹਾਈ ਕਮਿਸ਼ਨਰ ਨੂੰ ਪ੍ਰੋਪਰ ਕੰਪਲੇਂਟ ਫਾਰਮੈਟ ਦੇ ਉੱਤੇ ਕੰਪਲੇਂਟ ਵੀ ਲਿਖੀ ਆ, ਕੈਨੇਡਾ ਦੀ ਸੰਗਤ ਨੇ ਵੀ ਲਿਖਿਆ ਆ। ਸੋ ਇਹ ਕੁਝ ਆਵਾਜ਼ਾਂ ਆ, ਪਰ ਸਾਨੂੰ ਇੱਕ ਕਮਿਊਨਿਟੀ ਦੀ ਤੌਰ 'ਤੇ ਇਕੱਠੇ ਹੋ ਕੇ ਸਾਨੂੰ ਆਪਣੀ ਇੰਟਰਨੈਸ਼ਨਲ ਜਿਹੜੀ ਵੋਇਸ ਆ ਨਾ ਉਹਨੂੰ ਹੋਰ ਵਧਾਉਣਾ ਚਾਹੀਦਾ ਆ। ਸਾਨੂੰ ਕਿਤੇ ਨਾ ਕਿਤੇ ਉਹ ਕੰਮ ਕਰਨੇ ਚਾਹੀਦੇ ਆ ਤਾਂ ਕਿ ਸਾਡੀ ਗੱਲ ਸੁਣੀ ਜਾਵੇ। ਸਾਡੇ ਚਾਹੇ ਛੋਟੇ ਛੋਟੇ ਪ੍ਰੈਸ਼ਰ ਗਰੁੱਪਸ ਹੀ ਬਣ ਜਾਣ, ਪਰ ਉਹ ਪ੍ਰੈਸ਼ਰ ਗਰੁੱਪਸ ਐਸੇ ਹੋਣ ਕਿ ਜਦੋਂ ਵੀ ਕੋਈ ਗੱਲ ਹੋਵੇ ਘੱਟੋ ਘੱਟ ਇੰਟਰਨੈਸ਼ਨਲ ਮੀਡੀਆ, ਇੰਟਰਨੈਸ਼ਨਲ ਕਮਿਊਨਿਟੀ ਵਿੱਚ ਅਸੀਂ ਸੁਣੇ ਜਾਈਏ। BBC ਸਿਰਫ ਇੱਕ ਤਰਫਾ ਜੀ ਗੱਲ ਕਰ ਰਿਹਾ ਕਿਉਂਕਿ ਉਹ ਉਹੀ ਨੈਰੇਟਿਵ ਦੇਖ ਰਿਹਾ ਜੋ ਉੱਥੇ ਉਹਨਾਂ ਨੂੰ ਨਜ਼ਰ ਆ ਰਿਹਾ। ਜੇ ਸਾਡੇ ਕੋਲ ਆਪਣੇ ਛੋਟੇ ਛੋਟੇ ਪ੍ਰੈਸ਼ਰ ਗਰੁੱਪਸ ਹੋਣ ਜਿਹੜੇ BBC ਨੂੰ ਜਾ ਕੇ ਮਿਲ ਸਕਣ ਕਿ ਬਈ ਸਾਡੀ ਆਹ ਗੱਲ ਆ, ਅਸੀਂ ਦਿਸ ਇਜ਼ ਵਾਟ ਵੀ ਆਰ ਸੇਇੰਗ, ਆਹ ਸਾਡੀ ਪ੍ਰੋਬਲਮ ਆ, ਤਾਂ ਸ਼ਾਇਦ ਸਾਡੀ ਗੱਲ ਸੁਣੀ ਜਾਊਗੀ। ਸੋ ਸਾਨੂੰ ਆਪਣੀ ਇੰਟਰਨੈਸ਼ਨਲ ਆਵਾਜ਼ ਜਿਹੜੀ ਹੈ ਨਾ ਉਹ ਬੁਲੰਦ ਕਰਨ ਦੀ ਬਹੁਤ ਲੋੜ ਆ। ਅਗਲੀ ਇਹ ਤਾਂ ਹੋ ਗਈਆਂ ਜਿਹੜੀਆਂ ਗੱਲਾਂ ਮੈਨੂੰ ਲੱਗਾ ਕਿ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ ਨਾ। ਇਸ ਤੋਂ ਅਗਲੀ ਜਿਹੜੀ ਹੁਣ ਆਪਾਂ ਆ ਜਾਈਏ ਕਿਰਦਾਰੇ ਖਾਲਸਾ ਦੇ ਉੱਤੇ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਕਿਰਦਾਰੇ ਖਾਲਸਾ ਦਾ ਪ੍ਰੈਕਟੀਕਲ ਕਿੱਦਾਂ ਹੋਇਆ ਆ, ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਮੈਨੂੰ ਯਾਦ ਹੈ ਕਿ ਗ੍ਰੇਵਜ਼ ਐਂਡ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਮਿਲਿਆ ਅਤੇ ਉਦੋਂ ਮੈਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਉੱਤੇ ਬੋਲਣਾ। ਅਤੇ ਹੁਣ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦੇ ਉੱਤੇ ਮੇਰੇ ਅੰਦਰ ਇਹ ਦੁਵਿਧਾ ਸੀ, ਇਹ ਦਵੰਦ ਸੀ ਕਿ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਪਰ ਜੇ ਬੋਲਣਾ ਹੋਵੇ ਤਾਂ ਮੇਰੇ ਵਰਗੀ ਛੋਟੀ ਜ਼ਬਾਨ ਦੀ, ਮੇਰੇ ਵਰਗੀ ਛੋਟੀ ਮੱਤ ਦੀ ਜਿਹੜੀ ਇੱਕ ਪੂਰੀ ਜ਼ਿੰਦਗੀ ਹੈ ਨਾ ਉਹ ਘੱਟ ਪੈ ਜਾਊਗੀ। ਪਰ ਫਿਰ ਵੀ ਜਦੋਂ ਕਿਉਂਕਿ ਹੁਣ ਮੈਨੂੰ ਹੁਕਮ ਹੋਇਆ ਸੀਗਾ ਸੰਗਤ ਦਾ ਅਤੇ ਜ਼ਰੂਰ ਬੋਲਣਾ ਹੀ ਸੀ, ਮੈਂ ਆਪਣੇ ਆਪ ਨੂੰ ਜ਼ਰਾ ਖੰਗਾਲ ਕੇ ਦੇਖਿਆ ਕਿ ਮੈਂ ਕੀ ਬੋਲ ਸਕਦੀ ਹਾਂ। ਤਾਂ ਮੈਨੂੰ ਲੱਗਦਾ ਕਿ ਪੂਰੀ ਦੀ ਪੂਰੀ ਜਿਹੜੀ ਸਿੱਖ ਹਿਸਟਰੀ ਆ ਉਹ ਸਾਰੀ ਗੁਰੂ ਨਾਨਕ ਮਹਾਰਾਜ ਦੇ ਜਿਹੜੇ ਮੂਲ ਮੰਤਰ ਦੀ ਫਿਲੋਸਫੀ ਦੇ ਉੱਪਰ ਹੀ ਖੜੀ ਆ। ਮੂਲ ਮੰਤਰ ਦੇ ਵਿੱਚੋਂ ਵੀ ਨਿਰਭਉ ਨਿਰਵੈਰ ਦੀ ਫਿਲੋਸਫੀ, ਕਿਉਂਕਿ ਬਾਕੀ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਤੱਕ ਤਾਂ ਇਹ ਹੋ ਗਿਆ। ਨਿਰਭਉ ਨਿਰਵੈਰ ਜਿਹੜਾ ਹੈ ਉਹ ਜਿਵੇਂ ਪਰਮਾਤਮਾ ਵਾਸਤੇ ਕਿਹਾ ਗਿਆ, ਉਹਨਾਂ ਤੁਹਾਨੂੰ ਬਣਨ ਦਾ ਵੀ ਹੁਕਮ ਦਿੱਤਾ, ਉਹ ਤੁਹਾਡੇ ਵਾਸਤੇ ਵੀ ਹੈ। ਔਰ ਜੇ ਆਪਾਂ ਪੂਰੀ ਸਿੱਖ ਹਿਸਟਰੀ ਦੇਖਾਂਗੇ ਨਾ ਤੇ ਨਿਰਭਉ ਨਿਰਵੈਰ ਦੇ ਕਰੈਕਟਰ ਨੂੰ ਡਿਵੈਲਪ ਕਰਨ ਦੇ ਵਿੱਚ ਹੀ ਆ, ਔਰ ਜੋ ਵੀ ਅੱਜ ਅਸੀਂ ਹਾਂ ਉਹ ਇਸੇ ਕਰੈਕਟਰ ਦੇ ਕਰਕੇ ਹਾਂ। ਹੁਣ ਮੈਂ ਬਹੁਤ ਵਾਰੀ ਪਹਿਲਾਂ ਵੀ ਡਿਸਕਸ ਕਰ ਚੁੱਕੀ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜੇ ਜਨੇਊ ਉਹਨਾਂ ਨੇ ਨਹੀਂ ਪਾਇਆ, ਉਹਨਾਂ ਨੇ ਕਿਹਾ ਕਿ ਮੈਂ ਨਹੀਂ ਜਨੇਊ ਪਾਉਣਾ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਦਾ ਮਤਲਬ ਇਹ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦਾ ਕਿ ਮੈਨੂੰ ਜਨੇਊ ਨਾਲ ਕੋਈ ਵੈਰ ਹੈ, ਕਿਉਂਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ ਜਨੇਊ ਨਾਲ ਕੋਈ ਵੈਰ ਹੁੰਦਾ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਨੇਊ ਦੇ ਕਰਕੇ ਜਿਹੜੀ ਆ ਉਹ, ਕਿਉਂਕਿ ਹਿਊਮਨ ਰਾਈਟਸ ਦੀ ਗੱਲ ਆ ਉੱਥੇ, ਜਨੇਊ ਜਿਹੜਾ ਉਹ ਹਿਊਮਨ ਰਾਈਟਸ ਦੀ ਗੱਲ ਆ, ਕਿਉਂਕਿ ਕਿਸੇ ਦੇ ਹਿਊਮਨ ਰਾਈਟਸ ਆ, ਉਹਨੇ ਕੀ ਮੰਨਣਾ ਆ, ਕੀ ਪਾਉਣਾ ਆ, ਕੀ ਨਹੀਂ ਪਾਉਣਾ। ਤਾਂ ਜਦੋਂ ਤੁਸੀਂ ਉਹਨੂੰ ਮਨਾ ਕਰੋਗੇ ਤੁਸੀਂ ਉਹਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦੇ ਆ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਹਿਊਮਨ ਰਾਈਟਸ ਦੇ ਕਰਕੇ ਆਪਣੀ ਸ਼ਹੀਦੀ ਵੀ ਦਿੰਦੇ ਆ। ਸੋ ਬੇਸਿਕਲੀ ਕਿਤੇ ਵੀ ਵੈਰ ਨਹੀਂ ਹੈ ਉੱਥੇ। ਫਿਰ ਗੁਰੂ ਨਾਨਕ ਮਹਾਰਾਜ ਦਾ ਬਾਬਰ ਨੂੰ ਜਾਬਰ ਕਹਿਣਾ, ਉਹਦੇ ਦਰਬਾਰ ਦੇ ਵਿੱਚ ਹੈ ਨਾ, ਉਹਨੂੰ ਜਾਬਰ ਕਹਿ ਦੇਣਾ, ਇਹ ਆਪਣੇ ਆਪ ਦੇ ਵਿੱਚ ਦੇਖੋ ਮੌਕੇ ਦੇ ਹੁਕਮਰਾਨ ਨੂੰ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਦੇਣਾ ਕਿ ਤੂੰ ਜਾਬਰ ਹੈ, ਤੂੰ ਬਾਬਰ ਨਹੀਂ ਆ, ਇਹ ਆਪਣੇ ਆਪ ਦੇ ਵਿੱਚ ਨਿਰਭੈਤਾ ਦਾ ਜਿਹੜੀ ਹੈ ਨਾ ਉਹ ਆਈ ਥਿੰਕ ਐਪੀਟਮ ਹੈ ਨਾ, ਉਹ ਇੱਕ ਪੀਕ ਹੈ, ਜ਼ੈਨਿਥ ਆ। ਇਸ ਤੋਂ ਅੱਗੇ ਤੁਸੀਂ ਕੀ ਸੋਚੋਗੇ? ਬਹੁਤੇ ਲੋਕ ਜਿਹੜੇ ਆ ਚਾਪਲੂਸੀ ਤਾਂ ਕਰਦੇ ਰਹਿੰਦੇ ਆ ਕਿ ਇਹ ਵੱਡਾ ਬੰਦਾ ਆ, ਇਹ ਇਸ ਟਾਈਮ ਦਾ ਹੁਕਮਰਾਨ ਹੈ ਅਤੇ ਮੈਨੂੰ ਇਹਦੇ ਨਾਲ ਬਣਾ ਕੇ ਰੱਖਣੀ ਆ, ਉਹ ਚਾਪਲੂਸੀ ਤਾਂ ਕਰਦੇ ਰਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਉਹ ਇੱਕ ਲੈਵਲ ਸਿਰਜ ਦਿੰਦੇ ਆ ਹੈ ਨਾ, ਕਿ ਸਾਨੂੰ ਚਾਹੇ ਕੋਈ ਹੁਕਮਰਾਨ ਵੀ ਹੋਵੇ, ਅਗਰ ਉਹ ਗਲਤ ਆ ਤਾਂ ਅਸੀਂ ਬੋਲਾਂਗੇ। ਉਸ ਤੋਂ ਬਾਅਦ ਜਦੋਂ ਇਸੇ ਚੀਜ਼ ਨੂੰ ਫਿਰ ਮੈਂ ਦੇਖਦੀ ਹਾਂ ਕਿ ਜਦੋਂ ਆਹਲੂਵਾਲੀਆ ਸਰਦਾਰ ਜਿਹੜੇ ਨੇ ਉਹ ਬਕਾਇਦਾ ਅਹਿਮਦ ਸ਼ਾਹ ਅਬਦਾਲੀ ਨੂੰ ਵੰਗਾਰਦੇ ਨੇ ਕਿ ਤੇਰੇ ਨਾਲ ਅਸੀਂ ਲੜਾਈ ਲੜਨੀ ਆ ਕਿਉਂਕਿ ਤੂੰ ਸਾਡਾ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਆ ਉਹ ਪੂਰਿਆ ਆ ਅਤੇ ਅਸੀਂ ਉਹ ਤੂੰ ਬੇਅਦਬੀ ਕੀਤੀ ਹੈ ਅਤੇ ਤੇਰੇ ਨਾਲ ਅਸੀਂ ਸਿੱਧੇ ਮੱਥੇ ਲੜਨਾ ਹੈ, ਅਸੀਂ ਕਿਸੇ ਹੋਰ ਤਰੀਕੇ ਨਾਲ ਨਹੀਂ, ਸਿੱਧੇ ਮੱਥੇ ਤੂੰ ਸਾਨੂੰ ਦੱਸ ਅਸੀਂ ਕਿੱਥੇ ਆਈਏ। ਹੁਣ ਤੁਸੀਂ ਇਹ ਸੋਚੋ ਕਿ ਇੱਕ ਪਾਸੇ ਇੱਕ ਐਸੀ ਹਕੂਮਤ ਹੈ ਜਿਹਦੇ ਕੋਲ ਫੌਜ ਵੀ ਹੈ, ਤੋਪਾਂ ਵੀ ਹੈ, ਟੈਂਕ ਵੀ ਹੈ, ਸਾਰਾ ਕੁਛ ਹੈ, ਔਰ ਇੱਕ ਪਾਸੇ ਇਹ ਜੰਗਲਾਂ ਦੇ ਵਿੱਚੋਂ ਨਿਕਲ ਕੇ ਆਏ ਹੈ ਨਾ, ਔਰ ਉਹ ਕਹਿੰਦੇ ਕਿ ਅਸੀਂ ਤੇਰੇ ਨਾਲ ਮੱਥਾ ਲਾਉਣਾ। ਇਹ ਨਿਰਭੈਤਾ ਆ, ਇਹ ਨਿਰਭੈਤਾ ਹੈ ਜਿਹੜੀ ਸਾਨੂੰ ਨਜ਼ਰ ਵੀ ਆ ਰਹੀ ਆ। ਹੁਣ ਵੀ ਆਪਾਂ ਪ੍ਰੈਕਟੀਕਲਿਟੀ ਦੀ ਗੱਲ ਵੀ ਕਰਦੇ ਹਾਂ। ਫਿਰ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਿੱਧਾਂ ਨਾਲ ਗੋਸ਼ਟੀ ਕਰਕੇ ਦੱਸਦੇ ਆ ਹੈ ਨਾ। ਹੁਣ ਜੇ ਉਹ ਇਹਦੇ ਵਿੱਚ ਵੀ ਨਿਰਵੈਰ ਔਰ ਨਿਰਭੈਤਾ ਕਿਉਂ ਆ? ਕਿਉਂਕਿ ਜੇ ਉਹਨਾਂ ਨਾਲ ਵੈਰ ਹੁੰਦਾ ਨਾ
ਤਾਂ ਉਹ ਆਪਣਾ ਕਿਤੇ ਵੱਖਰਾ ਡੇਰਾ ਲਾਉਂਦੇ, ਉੱਥੇ ਆਪਣੇ ਜਿਹੜੇ ਆਪਣੇ ਫੋਲੋਅਰਸ ਆ ਜਾਂ ਜਿਹੜੇ ਉਹਨਾਂ ਨੂੰ ਸੁਣਨ ਵਾਲੇ ਮੰਨਣ ਵਾਲੇ ਆ, ਉਹਨਾਂ ਨੂੰ ਉਹ ਕਹਿੰਦੇ ਕਿ ਜਿਹੜੇ ਸਿੱਧ ਨੇ ਇਹ ਤਾਂ ਬੇਕਾਰ ਕੰਮ ਕਰ ਰਹੇ, ਜੋ ਅੱਜ ਕੱਲ੍ਹ ਹੁੰਦਾ ਹੈ ਨਾ, ਕਿ ਆਪਾਂ ਆਪਣਾ ਡੇਰਾ ਇੱਕ ਵੱਖਰਾ ਲਾਉਂਦੇ ਹਾਂ, ਫਿਰ ਉੱਥੇ ਆਪਾਂ ਦੂਜੇ ਡੇਰੇ ਨੂੰ ਭੰਡਦੇ ਹਾਂ। ਇਹ ਹੁੰਦਾ, ਉਹ ਉਦੋਂ ਵੀ ਉਹ ਕਰਦੇ, ਪਰ ਉਹਨਾਂ ਨੇ ਇੱਦਾਂ ਨਹੀਂ ਕੀਤਾ। ਉਹਨਾਂ ਨੇ ਬਕਾਇਦਾ ਸਿੱਧਾਂ ਨਾਲ ਗੋਸ਼ਟੀ ਕਰਨ ਲਈ ਸੁਮੇਰ ਪਰਬਤ ਗਏ ਔਰ ਬਕਾਇਦਾ ਉੱਥੇ ਉਹਨਾਂ ਨਾਲ ਡਾਇਲੋਗ ਦੇ ਵਿੱਚ ਗਏ। ਸੋ ਨਿਰਭਉ ਵੀ ਉਹ ਹੈਗੇ ਆ ਉੱਥੇ ਅਤੇ ਨਿਰਵੈਰ ਵੀ ਹੈਗੇ ਆ। ਉਹ ਉੱਥੇ ਕਿਸੇ ਵੈਰ ਦੇ ਵਿੱਚ ਨਹੀਂ, ਇੱਕ ਆਈਡੀਓਲੋਜੀ ਦੇ ਕਾਰਨ ਉਹ ਉਹਨਾਂ ਦੇ ਨਾਲ ਡਾਇਲੋਗ ਕਰ ਰਹੇ ਆ ਔਰ ਆਪਣੀ ਗੱਲ ਉਹ ਦੱਸ ਰਹੇ ਆ, ਹੈ ਨਾ। ਸੋ ਇਹ ਜਿਹੜਾ ਫਲਸਫਾ ਹੈ ਨਾ ਨਿਰਭਉ ਨਿਰਵੈਰ ਦਾ, ਉਹ ਮੈਨੂੰ ਲੱਗਦਾ ਕਿ ਇੱਥੋਂ ਹੀ ਨਿਕਲ ਕੇ ਆਇਆ, ਜਿਹਦੇ ਤੋਂ ਬਾਅਦ ਫਿਰ ਜਦੋਂ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਿਸ ਤਰੀਕੇ ਨਾਲ ਉਹਦੇ ਨਾਲ ਵਾਰਤਾਲਾਪ ਕਰਦੇ ਆ, ਹੈ ਨਾ, ਉਹ ਛੋਟੇ ਛੋਟੇ ਸੀ, ਬੇਸ਼ੱਕ ਉਹਨਾਂ ਦੀ ਰੂਹ ਬਹੁਤ ਵਿਸ਼ਾਲ ਸੀ ਪਰ ਉਮਰ ਤਾਂ ਉਹਨਾਂ ਦੀ ਛੋਟੀ ਸੀਗੀ ਨਾ। ਉਹ ਜਿਹੜਾ ਨਿਰਭੈ, ਉਹ ਜਿਸ ਤਰੀਕੇ ਨਾਲ ਉਹਨਾਂ ਨੂੰ ਉਹ ਨਿਰਭਉ ਆ, ਹੈ ਨਾ, ਬਿਲਕੁਲ ਉਸ ਤਰੀਕੇ ਦਾ ਵਰਤਾਰਾ ਜਿਹੜਾ ਉਹ ਸਾਡੇ ਕਿਰਦਾਰ ਦਾ ਇੱਕ ਹਿੱਸਾ ਬਣ ਗਿਆ। ਹੁਣ ਫਾਈਨਲੀ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਹਰ ਇੱਕ ਪਾਸਿਓਂ ਹਰ ਇੱਕ ਤਰੀਕੇ ਨਾਲ ਪੰਜਵੇਂ ਪਾਤਸ਼ਾਹ, ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਦੀਆਂ ਜੰਗਾਂ ਵੀ ਹੁੰਦੀਆਂ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਉਸ ਤੋਂ ਬਾਅਦ ਫਿਰ ਅੱਗੇ ਆਉਂਦੇ ਆਉਂਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਵੀ ਹੁੰਦੀ ਆ। ਪਰ ਸਾਡੇ ਇਸ ਪੂਰੇ ਦੇ ਵਿੱਚੋਂ ਜਿਹੜੀ ਅੱਜ ਵੀ ਜਿਹੜਾ ਇੱਕ ਨੈਰੇਟਿਵ ਆਉਂਦਾ ਨਾ, ਮੈਂ ਸਵੇਰੇ ਹੀ ਕਿਤੇ ਪੜ੍ਹਦੀ ਪਈ ਸੀ ਕਿ ਕਿਸੇ ਨੇ ਇੱਕ ਟਵੀਟ ਲਿਖੀ, ਪਤਾ ਨਹੀਂ ਫੇਸਬੁੱਕ ਪੋਸਟ ਪਾਈ ਹੋਈ ਸੀਗੀ ਕਿ ਇਹਨਾਂ ਜਿਹੜੇ ਸਿੱਖ ਨੇ, ਇਹਨਾਂ ਨੇ ਗੁਰੂ ਤੇਗ ਬਹਾਦਰ ਦੇ ਕਾਤਲਾਂ ਦੇ ਨਾਲ ਹੱਥ ਮਿਲਾ ਲਿਆ। ਅਤੇ ਮੈਨੂੰ ਬੜਾ ਹਾਸਾ ਆਇਆ ਕਿ ਬੇਸਿਕਲੀ ਤੁਹਾਨੂੰ ਪਤਾ ਹੀ ਨਹੀਂ ਕਿ ਸਾਡਾ ਕਿਰਦਾਰ ਕੀ ਹੈ ਨਾ, ਇਸੇ ਕਰਕੇ ਤੁਹਾਨੂੰ ਇਹ ਗੱਲਾਂ ਸਮਝ ਆਉਣ, ਇਹ ਤੁਹਾਨੂੰ ਲੱਗਦੀਆਂ ਆ। ਕਿਉਂਕਿ ਉਸ ਟਾਈਮ ਦੇ ਉੱਤੇ, ਅੱਜ ਤਾਂ ਫਿਰ ਵੀ ਇੰਨਾ ਸਮਾਂ ਹੋ ਗਿਆ, ਜੇ ਕਹੇ ਕੋਈ ਕਿ ਅਸੀਂ ਔਰੰਗਜ਼ੇਬ ਨੂੰ ਮਾफ़ ਕੀਤਾ, ਕਦੀ ਵੀ ਨਹੀਂ। ਜੇ ਕੋਈ ਕਹੇ ਅਸੀਂ ਅਹਿਮਦ ਸ਼ਾਹ ਅਬਦਾਲੀ, ਜ਼ਕਰੀਆ ਖਾਨ ਵਰਗਿਆਂ ਨੂੰ ਮਾफ़ ਕੀਤਾ, ਕਦੀ ਵੀ ਨਹੀਂ ਕੀਤਾ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਮੁਸਲਮਾਨ ਦੇ ਵਿੱਚ ਉਹਨਾਂ ਨੂੰ ਹੀ ਦੇਖਣਾ ਸ਼ੁਰੂ ਕਰ ਦਾਂਗੇ, ਇਹ ਸਾਡਾ ਕਿਰਦਾਰ ਹੀ ਨਹੀਂ ਹੈ। ਔਰ ਇਹਦੀ ਜਿਹੜੀ ਮਿਸਾਲ ਸਾਨੂੰ ਮਿਲਦੀ ਹੈ ਕਿ ਜਦੋਂ ਜੰਗ ਦੇ ਵਿੱਚ ਵੀ ਭਾਈ ਕਨ੍ਹੱਈਆ ਜਿਹੜੇ ਆ, ਉਹਨਾਂ ਨੂੰ ਜਿਹੜੇ ਫੌਜੀ ਨੇ, ਜਿਹੜੇ ਫੱਟੜ ਨੇ, ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਸਿੱਖ ਨੇ, ਉਹਨਾਂ ਸਾਰਿਆਂ ਨੂੰ ਪਾਣੀ ਵੀ ਪਿਲਾ ਰਹੇ, ਮਲਮ ਪੱਟੀ ਵੀ ਲਾ ਰਹੇ, ਹੈ ਨਾ। ਸਾਡਾ ਇਹ ਕਿਰਦਾਰ ਹੈ, ਇਹ ਨਿਰਵੈਰਤਾ ਆ। ਸਾਨੂੰ ਭੈ ਕੋਈ ਨਹੀਂ, ਅਸੀਂ ਉਹਨਾਂ ਕੋਲ ਡਰ ਕੇ ਉਹਨਾਂ ਨੂੰ ਪੱਟੀਆਂ ਨਹੀਂ ਕਰ ਰਹੇ, ਕਿਉਂਕਿ ਅਸੀਂ ਲੜਾਈ ਵੀ ਉਹਨਾਂ ਨਾਲ ਲੜ ਰਹੇ ਹਾਂ, ਪਰ ਸਾਨੂੰ ਵੈਰ ਵੀ ਨਹੀਂ, ਐਜ਼ ਇਟ ਇਜ਼ ਸਾਨੂੰ ਵੈਰ ਨਹੀਂ, ਆਈਡੀਓਲੋਜੀਕਲ ਡਿਫਰੈਂਸਿਸ ਦਾ ਵੈਰ ਆ। ਉਹਨਾਂ ਨੇ ਲੜਾਈ, ਉਹਨਾਂ ਨੇ ਭਾਜੀ ਪਾਈ, ਅਸੀਂ ਮੋੜਨੀ ਆ। ਇਸ ਕਰਕੇ ਇਹ ਜਿਹੜਾ ਨਿਰਭੈ ਔਰ ਨਿਰਭਉ ਨਿਰਵੈਰ ਦੀ ਜਿਹੜੀ ਫਿਲੋਸਫੀ ਦੇ ਵਿੱਚੋਂ ਸਾਡਾ ਕਿਰਦਾਰ ਨਿਕਲ ਕੇ ਆਉਂਦਾ ਨਾ, ਮੈਨੂੰ ਲੱਗਦਾ ਕਿ ਸਿੱਖ ਹਿਸਟਰੀ ਨੂੰ ਇਹ ਡਿਫਾਈਨ ਕਰਦਾ ਆ। ਔਰ ਇਹ ਜਿਹੜਾ ਵਰਤਾਰਾ ਆ, ਉਹ ਮੈਂ ਤਾਂ ਥਿਓਰੈਟੀਕਲੀ ਬੋਲ ਰਹੀ ਹਾਂ, ਸਾਡੇ ਮੁੰਡਿਆਂ ਨੇ, ਸਾਡੇ ਬਾਬਿਆਂ ਨੇ, ਸਾਡੀਆਂ ਬੀਬੀਆਂ ਨੇ, ਜਿਹੜੇ ਦਿੱਲੀ ਚਲੋ ਦੇ ਪ੍ਰੋਟੈਸਟ ਵਿੱਚ ਸ਼ਾਮਲ ਸੀ, ਉਹਨਾਂ ਨੇ ਬਕਾਇਦਾ ਇਹ ਪ੍ਰੈਕਟੀਕਲੀ ਪ੍ਰੂਵ ਕਰਕੇ ਦੱਸ ਦਿੱਤਾ। ਹੁਣ ਦੇਖਿਓ ਜੇ ਕਿੱਦਾਂ ਉਹਨਾਂ ਨੇ ਉਹ ਕਿਸ ਤਰੀਕੇ ਨਾਲ, ਜਦੋਂ ਮੈਂ ਨਿਰਭਉ ਦੀ ਗੱਲ ਕਰਦੀ ਹਾਂ, ਅਤੇ ਹੁਣ ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੂੰ ਪਤਾ ਕਿ ਸੈਂਟਰ ਸਰਕਾਰ ਕੀ ਕਰ ਰਹੀ ਹੈ। ਉਹਨਾਂ ਨੂੰ ਇਹ ਵੀ ਪਤਾ, ਉਹਨਾਂ ਦੇ ਸਾਹਮਣੇ ਇੱਕ ਮਾਡਲ ਹੈ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ 370 ਹਟਾਈ, ਫਿਰ ਉਹਨਾਂ ਨੇ CAA ਵੀ ਲੈਣ ਦਾ ਪ੍ਰੋਟੈਸਟ ਵੀ ਹੋਏ, ਪਰ ਕੁਛ ਨਹੀਂ ਨਿਕਲਿਆ। ਸੋ ਉਹਨਾਂ ਦੇ ਸਾਹਮਣੇ ਇੱਕ ਬੜੀ ਤਾਕਤਵਰ, ਇੱਕ ਬੜੀ ਮਜ਼ਬੂਤ ਔਰ ਬੜਾ ਇੱਕ ਈਗੋਇਸਟਿਕ ਬੰਦਾ ਖੜ੍ਹਾ ਹੈ, ਜੋ ਆਪਣੀ ਗੱਲ ਤੋਂ ਨਹੀਂ ਹਟਦਾ, ਪਰ ਫਿਰ ਵੀ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨੂੰ ਇਹ ਕਹਿਣ ਦੀ ਹਿੰਮਤ ਰੱਖਦੇ ਆ ਕਿ ਤੂੰ ਜਾਬਰ ਹੈ। ਇਹ ਦੁਬਾਰਾ ਇਹ ਵਰਤਾਰਾ ਜਿਹੜਾ ਸਾਨੂੰ ਨਜ਼ਰ ਆਉਂਦਾ ਆ, ਹੈ ਨਾ। ਔਰ ਨਾ ਸਿਰਫ ਇੰਨੀ ਗੱਲ, ਫਿਰ ਉਹ ਉੱਥੋਂ ਚੱਲਦੇ ਵੀ ਆ। ਹੁਣ ਜਦੋਂ ਉਹ ਚੱਲ ਰਹੇ ਆ, ਰਸਤੇ ਵਿੱਚ ਜਿੰਨੀਆਂ ਵੀ ਉਹਨਾਂ ਦੇ ਸਾਹਮਣੇ ਅੜਚਣਾਂ ਆਈਆਂ, ਉਹਨਾਂ ਨੇ ਕਿੰਨੀ ਨਿਰਭੈਤਾ ਦੇ ਨਾਲ ਉਹਦਾ ਫੈਸਲਾ ਕੀਤਾ। ਔਰ ਉਹ ਦੇਖੋ ਉਹਨਾਂ ਨੂੰ ਕਿਸ ਤਰੀਕੇ ਨਾਲ ਉਹ ਚੱਕ ਕੇ ਪਰੇ ਕਰਦੇ ਆ। ਫਿਰ ਇੱਕ ਨੌਜਵਾਨ ਜਿਹੜਾ ਆ, ਉਹ ਜਿਹੜੀ ਬੜੀ ਵਾਇਰਲ ਵੀ ਹੋਈ ਫੋਟੋ, ਨਵਦੀਪ ਸਿੰਘ, ਜਿਹੜਾ ਜੰਪ ਕਰਦਾ ਆ, ਫਿਰ ਉਹਨੂੰ ਜਾ ਕੇ ਉਹ ਬੰਦ ਵੀ ਕਰਦਾ, ਉਹਨੂੰ 1 ਮਿੰਟ ਲਈ ਵੀ ਡਰ ਨਹੀਂ ਲੱਗਾ। ਇੱਕ ਹੋਰ ਨੌਜਵਾਨ ਜਿਹੜਾ ਆਪ, ਉਹਨੇ ਆਪਣੀ ਇੰਟਰਵਿਊ ਵਿੱਚ ਵੀ ਦੱਸਿਆ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਦੋਂ, ਇਹ ਨਵਦੀਪ ਸਿੰਘ ਨਹੀਂ, ਇਹ ਕੋਈ ਹੋਰ ਸੀਗਾ। ਮੈਂ ਅਕਾਲ ਚੈਨਲ ਦੀ ਟੀਮ ਨੂੰ ਰਿਕੁਐਸਟ ਕਰੂੰਗੀ ਕਿ ਸਾਰੀਆਂ ਫੋਟੋਗ੍ਰਾਫਸ ਜਿਹੜੀਆਂ ਉਹ ਲਾਉਣ, ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਉੱਥੇ ਇਕੱਲਾ ਇੱਕ ਹੀਰੋ ਨਹੀਂ, ਸਾਰੇ ਹੀਰੋ ਸੀ। ਉਹ ਜਦੋਂ ਉਹ ਜੰਪ ਕਰਦਾ, ਸਾਹਮਣੇ ਉਹਦੇ ਉੱਤੇ ਪਾਣੀ ਦੀ ਬੁਛਾੜ ਆ ਰਹੀ ਹੈ, ਪਰ ਉਹ ਸਾਹਮਣੇ ਉਹਦੀ ਜੰਪ ਕਰਕੇ ਪਾਣੀ ਦੀ ਬੁਛਾੜ ਦੇ ਉੱਤੋਂ ਦੀ ਜਾ ਕੇ ਅਤੇ ਉਹ ਬੰਦ ਕਰਕੇ ਆਉਂਦਾ ਆ। ਔਰ ਉਹ ਆਪਣੀ ਇੰਟਰਵਿਊ ਦੱਸਦਾ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਿਹੜੇ ਵੇਲੇ, ਬਸ ਮੈਨੂੰ ਇੱਕ ਅੰਦਰੋਂ ਰੋਸ ਜਾਗਿਆ ਅਤੇ ਮੈਂ ਬਸ ਗਿਆ ਔਰ ਮੈਂ ਇੱਦਾਂ ਕਰ ਲਿਆ, ਹੈ ਨਾ। ਉਸ ਤੋਂ ਬਾਅਦ ਤੁਸੀਂ ਜਦ ਇੱਕ ਹੋਰ ਬੜੀ ਵਧੀਆ ਗੱਲ ਜੋ ਸਾਹਮਣੇ ਆਈ, ਉਹ ਇਹ ਕਿ ਇੱਕ ਰਿਟਾਇਰਡ ਫੌਜੀ, ਉਹਨਾਂ ਨੇ ਵੇਖਿਆ ਕਿ ਜਦੋਂ ਘੱਗਰ ਨਦੀ ਲਾਗੋਂ ਦੀ ਨਿਕਲਦੇ ਸੀਗੇ ਅਤੇ ਉੱਥੇ ਉਹ ਘੱਗਰ ਦਰਿਆ ਦੇ
ਉਹ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਵੱਜ ਰਹੀਆਂ ਸੀ, ਉਹਨਾਂ ਨੇ ਘੱਗਰ ਦਰਿਆ ਦੇ ਵਿੱਚ ਛਾਲ ਮਾਰ ਕੇ ਬਕਾਇਦਾ ਜਿਹੜੀ ਉਹ ਕੌਰਡ ਸੀਗੀ, ਜਿਹੜੀ ਪਾਈਪ ਸੀ, ਉਹ ਕੱਟ ਦਿੱਤੀ, ਹੈ ਨਾ। ਇਹ ਨਿਰਭੈਤਾ ਆ। ਨਹੀਂ ਤਾਂ ਅਗਲਾ ਬੰਦਾ ਸੋਚਦਾ ਕਿ ਮੈਂ ਕਿਉਂ ਜਾਵਾਂ ਦਰਿਆ ਦੇ ਵਿੱਚ, ਮੇਰੇ ਇਕੱਲੇ ਤੇ ਪੈ ਰਹੀਆਂ, ਹੈ ਨਾ। ਪਰ ਉਹ ਇਹ ਨਿਰਭੈਤਾ ਆ, ਇਹ ਚੀਜ਼ ਆ ਜੋ ਸਾਨੂੰ ਦਿੱਤੀ ਆ। ਔਰ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਤੁਸੀਂ ਕਾਹਦੇ ਨਾਲ ਕੱਟੀ ਸੀ, ਤੁਸੀਂ ਕੋਈ ਚਾਕੂ ਲੈ ਕੇ ਗਏ ਸੀ ਜਾਂ ਕੋਈ ਕੈਂਚੀ ਜਾਂ ਕੀ ਲੈ ਕੇ ਗਏ ਸੀ, ਕਾਹਦੇ ਨਾਲ ਕੱਟੀ? ਉਹ ਕਹਿੰਦੇ ਜੀ ਸ਼੍ਰੀ ਸਾਹਿਬ ਨਾਲ ਕੱਟਤੀ। ਹੁਣ ਇਹ ਬੜਾ ਸਪੌਂਟੇਨੀਅਸ ਆਨਸਰ ਸੀ, ਸਪੌਂਟੇਨੀਅਸ ਰਿਐਕਸ਼ਨ ਸੀ, ਹੈ ਨਾ। ਉਸ ਤੋਂ ਅੱਗੇ ਆ ਜਾਓ ਤਾਂ ਇੱਕ ਮੇਰਾ ਕੋਈ ਵੀਰ ਮੈਂ ਦੇਖਿਆ ਉੱਥੇ, ਔਰ ਮੈਨੂੰ ਬੜਾ ਮਾਣ ਵੀ ਹੋਇਆ ਕਿ ਸਾਡੇ ਇਹੋ ਜਿਹੇ ਭਰਾ ਹੈਗੇ ਆ, ਬੜੀ ਖੁਸ਼ੀ ਵੀ ਹੋਈ। ਉਹ ਪਾਣੀ ਦੀ ਬੌਛਾਰ ਸਿੱਧੀ ਉਹਦੇ 'ਤੇ ਆ ਰਹੀ ਆ ਔਰ ਉਹ ਆਪਣਾ ਬਾਹਾਂ ਖਿਲਾਰ ਕੇ ਖੜ੍ਹਾ ਆ ਉਹ, ਹੈ ਨਾ। ਔਰ ਜਦੋਂ ਪਾਣੀ ਦੀ ਬੌਛਾਰ ਬੰਦ ਹੋ ਜਾਂਦੀ ਆ, ਉਹਦੇ ਪੈਰ ਨਹੀਂ ਉਖੜੇ ਉਸ ਜਗ੍ਹਾ ਦੇ ਉੱਤੋਂ, ਔਰ ਉਹ ਬਕਾਇਦਾ ਉਸ ਜਿੱਧਰੋਂ ਪਾਣੀ ਦੀ ਬੌਛਾਰ ਆ ਰਹੀ ਸੀ ਉਹਨਾਂ ਵੱਲ ਦੇਖ ਰਿਹਾ ਸੀ। ਔਰ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਇਸ਼ਾਰੇ ਨਾਲ ਕਰਕੇ ਵੀ ਮੁੜਦੇ ਵੀ, ਔਰ ਉਹਨੇ ਵੀ ਸ੍ਰੀ ਸਾਹਿਬ ਪਾਈ ਹੋਈ ਸੀ, ਹੈ ਨਾ। ਉਹ ਬਕਾਇਦਾ ਡੈਕੋਰੇਟਡ ਸੀਗਾ ਉਹ ਵੀ, ਹੈ ਨਾ। ਔਰ ਉਹ ਜਦੋਂ ਮੁੜਦਾ ਆ ਅਤੇ ਉਹ ਇੱਕ ਪਤਾ ਨਹੀਂ, ਮੇਰੇ ਲਈ ਤਾਂ ਬੜਾ ਇੱਕ ਅਲੌਕਿਕ ਜਿਹਾ ਨਜ਼ਾਰਾ ਆ। ਪਤਾ ਨਹੀਂ, ਮੈਨੂੰ ਪਤਾ ਨਹੀਂ ਕਿ ਤੁਹਾਡੇ ਤੱਕ ਮੈਂ ਇਹ ਗੱਲ ਪਹੁੰਚਾ ਪਾ ਰਹੀ ਹਾਂ ਜਾਂ ਤੁਸੀਂ ਮੇਰੀਆਂ ਭਾਵਨਾਵਾਂ ਨਾਲ ਜੋੜ ਪਾ ਰਹੇ ਹਾਂ ਕਿ ਨਹੀਂ, ਪਰ ਮੇਰੇ ਲਈ ਇਹ ਬੜਾ ਸਭ ਕੁਝ ਅਲੌਕਿਕ ਸੀ। ਜਦੋਂ ਉਹ ਐਵੇਂ ਕਰਕੇ ਅੱਗੋਂ ਮੁੜਿਆ ਨਾ, ਤਾਂ ਮੈਨੂੰ ਇੱਕਦਮ ਮੇਰੇ ਮੂੰਹ 'ਚੋਂ ਨਿਕਲਿਆ ਕਿ ਧੰਨਵਾਜਾਂ ਵਾਲਿਆ, ਇਹ ਤੂੰ ਹੀ ਕਰ ਸਕਦਾ ਆ, ਇਹ ਤੇਰਾ ਹੀ ਪ੍ਰਤਾਪ ਆ ਜੋ ਇਸ ਤਰੀਕੇ ਨਾਲ ਵਰਤ ਰਿਹਾ ਆ, ਇਹ ਤੂੰ ਹੀ ਵਰਤ ਸਕਦਾ ਆ। ਹੋਰ ਇਨਸਾਨ ਦੇ ਵੱਸ ਦੀਆਂ ਗੱਲਾਂ ਹੀ ਨਹੀਂ ਕਿ ਇਸ ਤਰੀਕੇ ਨਾਲ ਮੁੰਡੇ ਜਿਹੜੇ ਆ ਉਹ ਛਾਲਾਂ ਮਾਰ ਰਹੇ ਆ, ਹੈ ਨਾ। ਉਹਨਾਂ ਨੇ ਇੱਕ ਤਰ੍ਹਾਂ ਨਾਲ ਐਡਾ ਵੱਡਾ ਜਿਹੜਾ ਉਹ ਬੈਰੀਕੇਡਸ ਆ, ਪੱਥਰ ਆ, ਉਹ ਚੁੱਕ ਕੇ ਪਰੇ ਕਰ ਰਹੇ ਆ। ਇਹ ਸਿਰਫ ਗੁਰੂ ਮਹਾਰਾਜ ਦਾ ਪ੍ਰਤਾਪ ਆ, ਹੋਰ ਕੁਛ ਨਹੀਂ। ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਗੱਲ ਆ, ਹਾਂ, ਜਿਹੜੇ ਬੰਬ ਦੇ ਜਿਹੜੇ ਉਹ ਟੀਅਰ ਬੋਂਬ ਦੇ ਗੋਲੇ ਆ ਰਹੇ ਸੀ, ਉਹਨਾਂ ਨੂੰ ਚੁੱਕ ਕੇ ਮਾਰਨਾ ਜਾਂ ਜਿਸ ਤਰੀਕੇ ਨਾਲ ਹੋਰ ਪੱਥਰਾਂ ਦੇ ਪੱਥਰ ਚੁੱਕ ਕੇ ਪਰੇ ਕਰ ਦੇਣਾ, ਇਹ ਸਾਰਾ ਕੁਛ ਹੀ ਜਿਹੜਾ ਆ ਹੌਸਲਾ ਵੀ ਹੈ, ਜੋਸ਼ ਵੀ ਹੈ, ਪਰ ਇਹਦੇ ਨਾਲ ਜਿਹੜਾ ਕਿ ਨਿਰਭੈ ਹੋਣਾ, ਉਹ ਨਿਰਭੈਤਾ ਜਿਹੜੀ ਉਹਨਾਂ ਦੇ ਕਰੈਕਟਰ ਦੇ ਵਿੱਚੋਂ ਝਲਕ ਰਹੀ ਆ। ਉਸ ਤੋਂ ਬਾਅਦ ਆ ਜਾਓ ਤੁਸੀਂ ਨਿਰਵੈਰ ਵੱਲ। ਹੁਣ ਦੇਖੋ, ਇਹ ਤੁਸੀਂ ਵੇਖੀਆਂ ਵੀ ਹੋਣਗੀਆਂ ਸਾਰਿਆਂ ਨੇ ਫੋਟੋਗ੍ਰਾਫਸ, ਕਿ ਜਿਹੜੇ ਲੋਕ ਉਹਨਾਂ ਨੂੰ ਡੰਡੇ ਮਾਰ ਰਹੇ ਆ, ਉਹਨਾਂ ਨੂੰ ਉਹੀ ਪਾਣੀ ਪਿਲਾ ਰਹੇ ਆ। ਔਰ ਇਹਨੂੰ ਜ਼ਰਾ ਤੁਸੀਂ ਕੰਪੇਅਰ ਕਰਕੇ ਦੇਖਿਓ ਕਿ ਭਾਈ ਕਨ੍ਹਈਆ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਵੱਲ ਤਲਵਾਰਾਂ ਲੈ ਕੇ ਵੱਧ ਰਹੇ ਆ, ਉਹਨਾਂ ਨਾਲ ਲੜ ਰਹੇ ਆ, ਉਹਨਾਂ ਨੂੰ ਪਾਣੀ ਪਿਆ ਰਹੇ ਆ। ਇੱਧਰ ਸਾਡੇ ਵਾਲੇ ਜਿਹੜੇ ਅੱਜ ਦੇ ਅਜੋਕੇ ਜਿਹੜੇ ਭਾਈ ਕਨ੍ਹਈਆ ਦੇ ਵਾਰਸ ਨੇ, ਉਹ ਵੀ ਬਕਾਇਦਾ ਉਹਨਾਂ ਨੂੰ ਹੀ ਪਾਣੀ ਪਿਲਾ ਰਹੇ ਜਿਹੜੇ ਉਹਨਾਂ ਨੂੰ ਡੰਡੇ ਮਾਰ ਰਹੇ ਆ, ਹੈ ਨਾ। ਇਹ ਨਿਰਵੈਰਤਾ ਆ। ਹੁਣ ਨਹੀਂ ਤਾਂ ਜੇ ਆਪਾਂ ਮਟੀਰੀਅਲਿਸਟਿਕ ਸੋਚ ਤੱਕ ਗੱਲ ਸਮਝੀਏ, ਜੇ ਆਪਾਂ ਕਹੀਏ ਕਿ ਸਿੱਖੀ ਦੀ ਗੱਲ ਨਹੀਂ ਹੋਣੀ ਚਾਹੀਦੀ ਇਹ ਧਰਨੇ ਦੇ ਵਿੱਚ, ਤਾਂ ਕਿਸਾਨਾਂ ਦਾ ਧਰਨਾ ਸੀ। ਫਿਰ ਕਿਸਾਨਾਂ ਦੇ ਧਰਨੇ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਨਿਕਲ ਕੇ ਨਹੀਂ ਸੀ ਆਉਣੀਆਂ। ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਸਿਰਫ ਸਿੱਖਾਂ ਦਾ ਧਰਨਾ ਸੀ, ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਮੈਕਸੀਮਮ ਸਿੱਖ ਨੇ, ਇਸ ਕਰਕੇ ਉਹਨਾਂ ਵਿੱਚੋਂ ਸਿੱਖੀ ਮਾਈਨਸ ਕਰ ਹੀ ਨਹੀਂ ਸਕਦੇ। ਤੁਸੀਂ ਕਿੱਦਾਂ ਕਹੋਗੇ ਕਿ ਮੈਂ ਇੱਕ ਫੀਮੇਲ ਵੀ ਹੈਗੀ ਹਾਂ ਔਰ ਮੈਂ ਕੁਛ ਬੋਲਦੀ ਹਾਂ, ਤੁਸੀਂ ਮੈਨੂੰ ਕਹੋ ਕਿ ਤੂੰ ਆਪਣਾ ਬੀਇੰਗ ਅ ਫੀਮੇਲ ਤੂੰ ਆਪਣੇ ਆਪ ਨੂੰ ਪਰੇ ਰੱਖ ਅਤੇ ਜੋ ਬੋਲ ਰਹੀ ਉਹਨੂੰ ਵੱਖਰਾ ਰੱਖ। ਇਹ ਕਿੱਦਾਂ ਹੋਊਗਾ? ਮੇਰੇ ਪਰਸਪੈਕਟਿਵ ਨੂੰ, ਮੇਰੀ ਆਈਡੈਂਟੀਟੀ ਨੂੰ, ਮੇਰੀ ਹਰ ਇੱਕ ਚੀਜ਼ ਕੰਸਟਰਕਟ ਕਰਦੀ ਆ। ਮੈਂ ਸਿੱਖ ਵੀ ਹਾਂ, ਮੈਂ ਫੀਮੇਲ ਵੀ ਹਾਂ, ਮੈਂ ਪੰਜਾਬੀ ਵੀ ਹਾਂ, ਮੈਂ ਇੱਥੋਂ ਦੀ ਪੜ੍ਹ ਵੀ ਰਹੀ ਹਾਂ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਮਿਲਾ ਕੇ ਬਣਾਉਣਗੀਆਂ, ਹੈ ਨਾ। ਸੋ ਨਿਰਭਉਤਾ ਔਰ ਨਿਰਵੈਰਤਾ ਜਿਹੜੀ ਇੱਕ ਸਾਡਾ ਫਿਲੋਸਫੀ ਆ, ਫਾਊਂਡੇਸ਼ਨਲ ਫਿਲੋਸਫੀ ਆ, ਉਹ ਸਾਨੂੰ ਉੱਥੇ ਦੇਖਣ ਨੂੰ ਮਿਲੀ। ਹੁਣ ਨਿਰਵੈਰ ਹੁੰਦਾ ਕੌਣ ਆ? ਇਹ ਬੜੀ ਗੁਰਬਾਣੀ ਦੇ ਹਵਾਲੇ ਨਾਲ ਮੈਂ ਗੱਲ ਕਰਨ ਲੱਗੀ ਹਾਂ। ਨਿਰਵੈਰ ਕਹਿੰਦੇ ਪਾਰ ਬ੍ਰਹਮ ਕੇ ਭਗਤ ਨਿਰਵੈਰ। ਜਿਹੜੇ ਉਸ ਪਾਰ ਬ੍ਰਹਮ ਦੇ ਭਗਤ ਹੈ ਨਾ, ਸਿਰਫ ਉਹ ਨਿਰਵੈਰ ਹੋ ਸਕਦੇ ਆ। ਕਿਉਂਕਿ ਜਦੋਂ ਤੁਸੀਂ ਕਿਸੇ ਬੰਦੇ ਦੇ ਭਗਤ ਹੋ ਜਾਓਗੇ ਨਾ, ਜਦੋਂ ਤੁਸੀਂ ਕਿਸੇ ਇਨਸਾਨ ਦੇ ਭਗਤ ਹੋ ਜਾਓਗੇ, ਫਿਰ ਜਿਹੜਾ ਉਸ ਇਨਸਾਨ ਦੇ ਖਿਲਾਫ ਹੋਊਗਾ ਤੁਸੀਂ ਉਹਦੇ ਨਾਲ ਵੈਰ ਵੀ ਰੱਖੋਗੇ। ਜਿਹੜਾ ਕਿਸੇ ਇੱਕ ਆਈਡੀਓਲੋਜੀ ਦੇ ਭਗਤ ਹੋ ਜਾਓਗੇ ਤਾਂ ਜਿਹੜਾ ਉਸ ਆਈਡੀਓਲੋਜੀ ਦੇ ਖਿਲਾਫ ਹੋਊਗਾ ਤੁਸੀਂ ਉਹਨਾਂ ਵੈਰ ਵੀ ਰੱਖੋਗੇ। ਜਦੋਂ ਤੁਸੀਂ ਪਾਰ ਬ੍ਰਹਮ ਦੇ ਭਗਤ ਹੁੰਦੇ ਆ ਨਾ, ਫਿਰ ਤੁਸੀਂ ਨਿਰਵੈਰ ਹੋ ਜਾਂਦੇ ਆ। ਫਿਰ ਤੁਹਾਨੂੰ ਇਹ ਤਾਂ ਹੁੰਦਾ ਕਿ ਮੇਰੀ ਆਈਡੀਓਲੋਜੀ ਹੈ, ਮੈਂ ਆ ਸੋਚਦਾ, ਤੇਰੀ ਜੋ ਸੋਚ ਆ ਤੂੰ ਆਪਣੀ ਦੱਸ, ਮੈਂ ਆਪਣੀ ਦੱਸੂਗਾ। ਹੋ ਸਕਦਾ ਸਾਡਾ ਕਿਤੇ ਵੀ ਇੱਕ ਦੂਜੇ ਨਾਲ ਮੇਲ ਮਿਲਾਪ ਨਾ ਹੋਵੇ, ਪਰ ਫੇਅਰ ਇਨਫ ਉਹਦੇ ਵਿੱਚ ਵੈਰ ਕਿਤੇ ਨਹੀਂ ਆਉਂਦਾ, ਹੈ ਨਾ। ਗੱਲ ਰੱਖਣੀ ਵੱਖਰੀ ਗੱਲ ਆ, ਪਰ ਉਹ ਵੈਰ ਵਾਲੀ ਗੱਲ ਜਿਹੜੀ ਆ ਉਹ ਕਿਤੇ ਨਹੀਂ ਆਉਂਦੀ। ਇਹ ਆ ਪਾਰ ਬ੍ਰਹਮ ਕੇ ਭਗਤ ਨਿਰਵੈਰ। ਹੁਣ ਕਿੱਦਾਂ ਹੁੰਦੇ ਆ ਪਾਰ ਬ੍ਰਹਮ ਦੇ ਭਗਤ ਜਿਹੜੇ ਉਹ ਨਿਰਵੈਰ ਕਿੱਦਾਂ ਹੋ ਜਾਂਦੇ ਆ? ਉਹ ਕਹਿੰਦੇ ਆ ਭਰਮ ਭਉ ਕਾਟ ਕੀਏ ਨਿਰਵੈਰ ਜੀਓ। ਉਹਨਾਂ ਦੇ ਭਰਮ, ਉਹਨਾਂ ਦੇ ਭਉ
ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਉਹ ਪਰਮਾਤਮਾ ਜਿਹੜਾ ਉਹਨਾਂ ਦੇ ਭਰਮ ਜਿਹੜੇ ਕਿਉਂਕਿ ਸਾਡੇ ਇਹ ਵਹਿਮ ਹੀ ਨੇ ਨਾ। ਹੁਣ ਸੈਂਟਰ ਸਰਕਾਰ ਨੂੰ ਇਹ ਵਹਿਮ ਹੀ ਹੈ ਨਾ ਕਿ ਸਦਾ ਚਿਰ ਲਈ ਉਹਨਾਂ ਨੇ ਹੀ ਰਹਿਣਾ ਹੈ, ਕਿਉਂਕਿ ਜੇ ਉਹਨਾਂ ਨੂੰ ਇਹ ਲੱਗੇ ਕਿ ਨਹੀਂ ਅਸੀਂ ਇਹਨਾਂ ਦੇ ਵਿੱਚੋਂ ਹੀ ਇੱਕ ਆ, ਜੇ ਉਹਨਾਂ ਨੂੰ ਇਹ ਹੋਵੇ ਕਿ ਉਹਨਾਂ ਨੂੰ ਇਹ ਵਹਿਮ ਨਾ ਹੋਵੇ ਕਿ ਅਸੀਂ ਕਿਸੇ ਇੱਕ ਸੁਪਰੀਮ ਜਗ੍ਹਾ ਦੇ ਮਾਲਕ ਹੋ ਗਏ ਹਾਂ, ਤਾਂ ਫਿਰ ਉਹਨਾਂ ਦੀ ਗੱਲ ਸੁਣਨ। ਹੁਣ ਜਿਹੜਾ ਨਿਰਵੈਰ ਬੰਦਾ ਨਾ ਉਹਨੂੰ ਇਹੋ ਜਿਹੇ ਵਹਿਮ ਨਹੀਂ ਰਹਿ ਜਾਂਦੇ। ਉਹਨਾਂ ਦੇ ਭਰਮ ਜਿਹੜੇ ਨੇ ਉਹ ਗੁਰੂ ਮਹਾਰਾਜ ਕੱਟ ਦਿੰਦੇ ਨੇ, ਉਹਨਾਂ ਦੇ ਭਾਉ ਨਾਸ ਕਰ ਦਿੰਦੇ ਨੇ। ਜਿਹਦਾ ਭਾਉ ਹੀ ਕੋਈ ਨਹੀਂ, ਜਿਹਨੂੰ ਡਰ ਹੀ ਕੋਈ ਨਹੀਂ, ਉਹਦੀ ਵੈਰ ਵੀ ਕਾਹਦੇ ਨਾਲ ਹੋਊਗਾ। ਬੰਦਾ ਜਿਹੜਾ ਹੈ ਨਾ ਉਹ ਜਿੰਨੇ ਵੀ ਪਾਪ, ਤੁਸੀਂ ਇਤਿਹਾਸ ਫਰੋਲ ਕੇ ਦੇਖ ਲਓ, ਜਿੰਨੇ ਵੀ ਪਾਪ, ਜਿੰਨੇ ਵੀ ਕਿਲਿੰਗਸ ਹੋਈਆਂ ਆ, ਉਹ ਸਿਰਫ ਇਸ ਡਰ ਤੋਂ ਹੋਈਆਂ ਆ ਕਿ ਮੇਰੀ ਜਿਹੜੀ ਹਸਤੀ ਆ ਉਹ ਗਵਾਚ ਜੂਗੀ। ਜਿਹੜਾ ਬੰਦੇ ਨੂੰ ਇਹ ਡਰ ਕੋਈ ਨਹੀਂ ਨਾ, ਉਹਨੂੰ ਕਿਸੇ ਨਾਲ ਵੈਰ ਵੀ ਨਹੀਂ ਹੁੰਦਾ। ਤਜ ਅਭਿਮਾਨ ਭਏ ਨਿਰਵੈਰ, ਤੁਸੀਂ ਆਪਣਾ ਅਭਿਮਾਨ ਛੱਡ ਕੇ, ਈਗੋਇਜ਼ਮ ਛੱਡ ਕੇ ਨਿਰਵੈਰ ਹੋ ਜਾਂਦੇ ਆ। ਹੁਣ ਇਹ ਸਾਰਾ ਕੁਛ ਜਿਹੜਾ ਹੈ, ਇਹ ਵਰਤਾਰਾ ਮੈਨੂੰ ਉੱਥੇ ਪ੍ਰਤੱਖ ਪ੍ਰੈਕਟੀਕਲ ਹੁੰਦਾ ਨਜ਼ਰ ਆਇਆ। ਹੁਣ ਇਹਨਾਂ ਜਿਹੜੇ ਇਹ ਨਿਰਭਉਤਾ ਔਰ ਨਿਰਵੈਰਤਾ ਦੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਦੇ ਵਿੱਚੋਂ ਹੀ ਨਿਕਲ ਕੇ ਆਉਂਦੇ ਨੇ ਜਿਹੜੇ 3 ਮੇਜਰ ਪਿਲਰ ਨੇ, ਜਿਹਦੇ ਉੱਤੇ ਆਪਣੀਆਂ ਜਿਹੜੀਆਂ ਟੀਚਿੰਗਸ ਨੇ ਉਹ ਚੱਲੀਆਂ ਨੇ। ਵੰਡ ਛਕੋ, ਕਿਰਤ ਕਰੋ ਅਤੇ ਨਾਮ ਜਪੋ, ਹੈ ਨਾ। ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹ 3 ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਹੁਣ ਤੁਸੀਂ ਇੱਥੇ ਵੇਖਿਓ ਕਿ ਇਹਦੇ ਵਿੱਚ ਵੀ ਸਾਨੂੰ ਪ੍ਰੈਕਟੀਕਲੀ ਉਹਨਾਂ ਨੇ ਦਿਖਾ ਦਿੱਤਾ। ਕਿਰਤ ਕਰਨ ਵਾਲੀ ਗੱਲ ਤਾਂ ਸੱਚ ਹੀ ਸੱਚ ਹੈ, ਕਿਉਂਕਿ ਇਹ ਸਾਰੇ ਕਿਰਤੀ ਕਿਸਾਨ ਨੇ। ਹੁਣ ਨਾਲ ਯੂਪੀ ਵਾਲੇ ਵੀ ਰਲ ਗਏ, ਬਿਹਾਰ ਵਾਲੇ ਵੀ ਆ ਗਏ, ਉਹ ਸਾਰੇ ਕਿਰਤੀ ਕਿਸਾਨ ਨੇ, ਹੈ ਨਾ। ਸਾਡੇ ਵਾਲੇ ਜਿਹੜੇ ਆ ਉਹ ਪੰਜਾਬ ਵਾਲੇ ਜਿਹੜੇ ਆ ਉਹ ਸਾਰੇ ਆਪਣੀਆਂ ਜ਼ਮੀਨਾਂ ਵਾਹ ਕੇ ਉਹਨਾਂ ਦੇ ਵਿੱਚੋਂ ਮਜ਼ਦੂਰ ਨੇ। ਕਿਸਾਨ ਇਕੱਲੇ ਨਹੀਂ, ਮਜ਼ਦੂਰ ਨੇ ਜਿਹੜੇ ਹੱਥੀਂ ਮਿਹਨਤ ਕਰਕੇ, ਔਰ ਕਿਰਤੀ ਲੋਕ ਨੇ ਜਿਹੜੇ ਅੱਗੇ ਚੱਲ ਰਹੇ ਆ। ਸੋ ਕਿਰਤ ਵਾਲੀ ਗੱਲ ਤਾਂ ਸੱਚ ਆ, ਪਰ ਇੱਕ ਹੋਰ ਬੜਾ ਪਿਆਰਾ ਵਰਤਾਰਾ ਮੈਨੂੰ ਉੱਥੇ ਦੇਖਣ ਨੂੰ ਮਿਲਿਆ। ਕੱਲ੍ਹ ਹੀ ਮੈਂ ਦੇਖਦੀ ਪਈ ਸੀਗੀ, ਕਿਸੇ ਨੇ ਆਪਣੀ ਪੋਸਟ 'ਤੇ ਪਾਇਆ ਹੋਇਆ ਸੀ, ਜਿਹੜੇ ਸਾਡੇ ਨੌਜਵਾਨ ਨੇ ਨਾ, ਜੋ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਕਿਰਤ ਕਮਾਈ ਕਰਕੇ ਰੋਟੀ ਖਾਣ ਵਾਲੇ ਨੇ, ਉਹ ਦਿੱਲੀ ਜਦੋਂ ਆ ਕੇ ਲੰਗਰ ਛਕਦੇ ਨੇ, ਕਿਉਂਕਿ ਉਹਨਾਂ ਨੇ ਬਾਅਦ 'ਚ ਲੰਗਰ ਵੀ ਪਕਾਇਆ, ਤਾਂ ਉੱਥੇ ਜੋ ਵੀ ਖਲਾਰਾ ਪੈ ਗਿਆ ਤਾਂ ਉਹ ਰਾਤ ਨੂੰ ਸਾਰੇ ਜਣੇ ਝਾੜੂ ਫੜ ਕੇ ਉਹਨੂੰ ਸਾਫ਼ ਕਰ ਰਹੇ ਆ। ਮੈਨੂੰ ਲੱਗਾ ਕਿ ਇਹ ਵੀ ਤਾਂ ਕਿਰਤ ਕਮਾਈ ਹੋਈ ਆ, ਹੈ ਨਾ, ਕਿਉਂਕਿ ਇਹ ਵੀ ਤਾਂ ਹੱਕ ਸੱਚ ਦੀ ਆ ਕਿ ਅਸੀਂ ਇੱਥੇ ਆ ਕੇ ਵੀ ਲੰਗਰ ਛਕਿਆ ਤਾਂ ਅਸੀਂ ਨਾਲ ਆਪਣੀ ਸੇਵਾ ਵੀ ਕਰਤੀ। ਉਹਨਾਂ ਨੇ ਉਹ ਜਿਹੜੀ ਦਿੱਲੀ ਦੀ ਉਹ ਸੜਕ ਸੀਗੀ ਉਹਨੂੰ ਬਿਲਕੁਲ ਸਾਫ਼ ਕਰਕੇ ਔਰ ਝਾੜੂ ਨਾਲ ਉਹਨੂੰ ਵੀ ਸੈੱਟ ਕਰ ਲਿਆ। ਇਹ ਕਿਰਤ ਕਮਾਈ ਆ, ਹੈ ਨਾ। ਉਸ ਤੋਂ ਬਾਅਦ ਆਉਂਦਾ ਸਾਡੇ ਕੋਲੇ ਵੰਡ ਛਕੋ। ਹੁਣ ਵੰਡ ਛਕੋ ਦੀ ਉਦਾਹਰਨ ਤਾਂ ਮੈਨੂੰ ਲੱਗਦਾ ਕਿ ਮੈਨੂੰ ਦੱਸਣ ਦੀ ਲੋੜ ਹੀ ਨਹੀਂ, ਪੂਰੀ ਦੁਨੀਆ ਨੇ ਦੇਖੀ ਆ। ਪਰ ਫਿਰ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਨਿਰਵੈਰਤਾ ਦੇ ਵਿੱਚ ਰਹਿ ਕੇ ਬਕਾਇਦਾ ਲੰਗਰ ਪਕਾਏ, ਲੰਗਰ ਵੰਡੇ, ਔਰ ਉਹਨਾਂ ਨੂੰ ਵੀ ਖਵਾਇਆ ਜਿਹੜੇ ਉਹਨਾਂ ਨੂੰ ਮਾਰ ਰਹੇ ਸੀ। ਵੰਡ ਛਕੋ ਦੀ, ਨਿਰਵੈਰਤਾ ਦੇ ਵਿੱਚੋਂ ਨਿਕਲੀ ਵੰਡ ਛਕੋ ਦੀ ਇਸ ਤੋਂ ਵੱਡੀ ਮਿਸਾਲ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਯੁੱਗ ਦੇ ਵਿੱਚ ਕਿਤੇ ਮਿਲੂਗੀ। ਅੱਜ ਜਿਹੜਾ ਤੁਹਾਨੂੰ ਮਾਰਨ ਦੌੜਦਾ ਹੈ ਨਾ, ਤੁਸੀਂ ਅਕਸਰ ਉਹਦੇ ਖਿਲਾਫ ਹੁੰਦੇ ਆ। ਤੁਸੀਂ ਉਹਨੂੰ ਕਹਿੰਦੇ ਆ ਕਿ ਨਹੀਂ ਤੂੰ ਮੈਨੂੰ ਮਾਰਨ ਦੌੜਿਆ, ਮੈਂ ਤੇਰੇ ਖਿਲਾਫ ਹਾਂ, ਹੈ ਨਾ। ਤੁਸੀਂ ਕਦੀ ਵੀ ਉਹਦੇ ਨਾਲ ਹੁਣ ਅਮਰੀਕਾ ਨੇ ਸੀਰੀਆ ਦੇ ਉੱਤੇ ਬੰਬ ਸੁੱਟੇ ਆ, ਕਿਆ ਅਮਰੀਕਾ ਜਾ ਕੇ ਉੱਥੇ ਲੰਗਰ ਲਾ ਸਕਦਾ? ਨਾ। ਆਪਣੇ ਵੱਖਰੇ ਰਿਫਿਊਜੀ ਕੈਂਪ ਤਾਂ ਹੋ ਸਕਦਾ ਲਾ ਦੇਣ, ਪਰ ਨਾ, ਜਿਨ੍ਹਾਂ ਨੂੰ ਉਹ ਮਾਰ ਰਿਹਾ, ਜਿਨ੍ਹਾਂ ਨਾਲ ਉਹ ਲੜ ਰਿਹਾ, ਨਹੀਂ। ਸਾਨੂੰ ਜਿਹੜੇ ਮਾਰ ਰਹੇ ਆ ਅਸੀਂ ਉਹਨਾਂ ਨੂੰ ਹੀ ਲੰਗਰ ਛਕਾ ਰਹੇ ਹਾਂ। ਵੰਡ ਛਕੋ ਦੀ ਇਸ ਤੋਂ ਵਧੀਆ ਹੋਰ ਨੀਤੀ ਕੀ ਹੋ ਸਕਦੀ? ਮੈਂ ਸਵੇਰੇ ਇੱਕ ਮਾਤਾ ਦਾ ਬਿਆਨ ਸੁਣਦੀ ਪਈ ਸੀਗੀ, ਅਤੇ ਉਹ ਮਾਤਾ ਨੂੰ ਆਈ ਥਿੰਕ ਦੀਪ ਸਿੱਧੂ ਆ ਜਿਹੜੇ ਉਹਨੂੰ ਪੁੱਛ ਰਹੇ ਆ ਕਿ ਮਾਈ ਜੇ ਤੁਸੀਂ ਜਿਹੜਾ ਤੁਸੀਂ ਲੰਗਰ ਪਕਾ ਰਹੀਆਂ ਹੈ, ਜਿਹੜੇ ਸਾਨੂੰ ਫਿਰ ਇਹ ਡੰਡੇ ਮਾਰਨ ਆਉਣਗੇ ਅਤੇ ਫਿਰ ਤੁਸੀਂ ਇਹਨਾਂ ਨੂੰ ਖਵਾਓਗੀਆਂ? ਉਹ ਕਹਿੰਦੀਆਂ ਪੁੱਤ ਲੰਗਰ ਇਹ ਤਾਂ ਪਰਮਾਤਮਾ ਦਾ ਲੰਗਰ ਹੈ, ਇਹ ਆਪਣਾ ਥੋੜ੍ਹੀ ਆ, ਅਸੀਂ ਤਾਂ ਪਕਾਉਣਾ ਹੈ। ਜਿਹੜਾ ਅਸੀਂ ਪਕਾ ਰਹੇ ਹਾਂ ਉਹ ਜਿਹੜਾ ਮਰਜ਼ੀ ਆ ਕੇ ਖਾ ਲੇ, ਅਤੇ ਇਸ ਕਰਕੇ ਲੰਗਰ ਦੀ ਕਿਸੇ ਨੂੰ ਮਨਾਹੀ ਨਹੀਂ। ਇਹ ਹੈ ਨਿਰਵੈਰਤਾ ਦੇ ਵਿੱਚੋਂ ਨਿਕਲਿਆ ਹੋਇਆ ਵੰਡ ਛਕੋ ਦਾ ਸਿਧਾਂਤ। ਉਸ ਤੋਂ ਲਾਸਟ ਜਿਹੜੀ ਗੱਲ ਆ ਉਹ ਆ ਨਾਮ ਜਪੋ। ਹੁਣ ਜਦੋਂ ਤੁਸੀਂ ਕਿਰਤ ਕਰਨੀ ਸਿੱਖ ਲਈ, ਹੁਣ ਕਿਰਤ ਜਿਹੜੀ ਹੈ ਨਾ ਉਹ ਤੁਹਾਡੇ ਵਿੱਚੋਂ ਗਰੀਡ ਡਿਲੀਟ ਕਰ ਦਿੰਦੀ ਆ, ਤੁਹਾਡੇ ਵਿੱਚੋਂ ਲਾਲਚ ਡਿਲੀਟ ਕਰ ਦਿੰਦੀ ਆ, ਪਰਾਇਆ ਹੱਕ ਮਾਰਨਾ ਡਿਲੀਟ ਕਰ ਦਿੰਦੀ ਆ, ਹੈ ਨਾ। ਕਿਉਂਕਿ ਜਦੋਂ ਤੁਸੀਂ ਆਪ ਕਿਰਤ ਕਰਨ ਲੱਗ ਜਾਂਦੇ ਆ ਨਾ, ਅਤੇ ਇਹ ਮੈਂ ਦੇਖਿਆ ਆ, ਜਦੋਂ ਤੁਸੀਂ ਆਪ ਮਿਹਨਤ ਕਰਨ ਲੱਗ ਜਾਂਦੇ ਆ, ਤੁਹਾਨੂੰ ਅਗਲੇ ਦੀ ਮਿਹਨਤ ਦਾ ਵੀ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਂਦਾ। ਤੁਹਾਨੂੰ ਉਹਦੇ ਮਿਹਨਤ ਦੀ ਵੀ ਰਿਸਪੈਕਟ ਹੋਣੀ ਸ਼ੁਰੂ ਹੋ ਜਾਂਦੀ ਆ। ਫਿਰ ਤੁਸੀਂ ਬਿਨਾਂ ਵਜ੍ਹਾ ਕਿਸੇ ਦੇ ਹੱਕਾਂ ਉੱਤੇ ਡਾਕਾ ਮਾਰਨ ਨਹੀਂ ਜਾਂਦੇ, ਕਿਉਂਕਿ ਤੁਹਾਨੂੰ ਪਤਾ ਆ ਕਿ ਉਹਨੇ ਇਹ ਕਿਸ ਤਰੀਕੇ ਨਾਲ ਦੇਖਿਆ ਹੋਊਗਾ, ਕਿਵੇਂ ਲਿਆ ਹੋਊਗਾ, ਹੈ ਨਾ। ਸੋ ਜਿਹੜੀ ਕਿਰਤ ਆ ਉਹ ਤੁਹਾਨੂੰ ਇੱਕ ਪ੍ਰੋਪਰ ਹਿਊਮਨ ਬੀਇੰਗ ਬਣਾਉਂਦੀ ਆ, ਜਿਹੜੀ ਕਿ ਨਾ ਸਿਰਫ ਆਪਣੇ ਅਧਿਕਾਰਾਂ ਲਈ ਲੜਨਾ ਸਿਖਾਉਂਦੀ ਆ, ਬਲਕਿ ਦੂਜਿਆਂ ਦੇ ਅਧਿਕਾਰ ਜਿਹੜੇ ਨੇ ਉਹਨਾਂ ਦੀ ਇੱਜ਼ਤ ਕਰਨਾ ਵੀ ਸਿਖਾਉਂਦੀ ਆ। ਇਹੋ ਜਿਹੇ ਸਿਧਾਂਤ ਦੇ ਵਿੱਚੋਂ ਕਿਰਤ ਕਰੋ ਦੀ ਫਿਲੋਸਫੀ ਆਉਂਦੀ ਆ। ਤੁਸੀਂ ਕਿਰਤੀ ਹੋ ਗਏ ਤਾਂ ਤੁਸੀਂ ਇੰਨਾ ਕੁ ਤਾਂ ਸਿੱਖ ਗਏ ਕਿ ਮੇਰੇ ਜਿਹੜੇ ਹੱਕ ਹੈ
ਉਹ ਕੋਈ ਖੋ ਨਹੀਂ ਸਕਦਾ ਅਤੇ ਕਿਸੇ ਦੇ ਹੱਕ ਮੈਂ ਮਾਰਨੇ ਨਹੀਂ। ਜਦੋਂ ਤੁਸੀਂ ਵੰਡ ਛਕਣ ਲੱਗ ਗਏ ਤਾਂ ਤੁਹਾਡੇ ਵਿੱਚ ਕੰਪੈਸ਼ਨ ਆ ਗਿਆ, ਤੁਹਾਡੇ 'ਚ ਪ੍ਰੇਮ ਆ ਗਿਆ, ਹੈ ਨਾ, ਤੁਹਾਡੇ ਅੰਦਰ ਕਿਸੇ ਹੋਰ ਦੇ ਵਾਸਤੇ ਰਿਸਪੈਕਟ ਆ ਗਈ, ਪਿਆਰ, ਦਇਆ ਭਾਵਨਾ ਆ ਗਈ, ਹੈ ਨਾ। ਔਰ ਤੁਹਾਡੇ ਵਿੱਚ ਇੱਕ ਸੈਲਫਲੈਸਨੈਸ ਆ, ਜਿਹੜਾ ਕਿ ਆਮ ਤੌਰ 'ਤੇ ਲੋਕਾਂ 'ਚ ਸੈਲਫਿਸ਼ਨੈਸ ਹੁੰਦੀ ਹੈ ਕਿ ਅਸੀਂ ਆਪਣਾ ਵੇਖੀਏ ਬਾਕੀ ਛੱਡ ਦਈਏ, ਉਹ ਖਤਮ ਹੋ ਜਾਂਦੀ ਆ। ਤੁਸੀਂ ਸੈਲਫਲੈਸ ਹੋ ਜਾਂਦੇ ਆ। ਤੁਸੀਂ ਤਾਂ ਹੀ ਵੰਡ ਕੇ ਛਕ ਸਕਦੇ ਆ ਜੇ ਤੁਹਾਡੀ ਪਲੇਟ 'ਚ ਅੱਧੀ ਰੋਟੀ ਆ, ਤੁਸੀਂ ਚੱਪਾ ਕਿਸੇ ਹੋਰ ਨੂੰ ਦੇਤੀ, ਚੱਪਾ ਆਪ ਰੱਖ ਲਈ। ਇੱਕ ਰੋਟੀ ਆ, ਅੱਧੀ ਤੁਸੀਂ ਕਿਸੇ ਨੂੰ ਦੇਤੀ, ਅੱਧੀ ਤੁਸੀਂ ਆਪ ਰੱਖ ਲਈ। ਉਹ ਤੁਸੀਂ ਤਾਂ ਹੀ ਕਰ ਸਕਦੇ ਆ ਜੇ ਤੁਸੀਂ ਸੈਲਫਿਸ਼ ਨਹੀਂ ਹੈਗੇ। ਤੇ ਨਹੀਂ ਤਾਂ ਪਹਿਲਾਂ ਤੁਹਾਨੂੰ ਲੱਗੂਗਾ ਕਿ ਪਹਿਲਾਂ ਮੈਂ ਆਪਣਾ ਘਰ ਭਰ ਲਾਂ, ਪਹਿਲਾਂ ਮੈਂ ਆਪ 'ਤੇ ਆਪਣਾ ਢਿੱਡ ਭਰਾਂ, ਜੇ ਮੇਰੇ ਕੋਲ ਬਚੂਗੀ ਤਾਂ ਮੈਂ ਅਗਲੇ ਨੂੰ ਦੇ ਦੂੰਗਾ। ਉਹ ਵੰਡ ਛਕੋ ਨਹੀਂ ਹੁੰਦਾ। ਸੋ ਇਹ ਜਿਹੜੀ ਫਿਲੋਸਫੀ ਹੈ, ਜਦੋਂ ਤੁਸੀਂ ਕਿਰਤ ਕਰਨੀ ਸਿੱਖ ਗਏ, ਤੁਸੀਂ ਵੰਡ ਛਕਣਾ ਸਿੱਖ ਗਏ, ਤੁਸੀਂ ਤਕਰੀਬਨ ਕੰਪਲੀਟ ਹਿਊਮਨ ਬੀਇੰਗ ਹੋ ਗਏ। ਤੁਹਾਡੇ ਅੰਦਰ ਦੀ ਜਿਹੜੀ ਕਲੀਨਜ਼ਿੰਗ ਆ ਨਾ, ਜਿਹੜੀ ਤੁਹਾਡੇ ਅੰਦਰ ਦੀ ਸਫਾਈ ਆ, ਉਹ ਹੋ ਗਈ। ਤੁਹਾਡੇ ਅੰਦਰ ਕੋਈ ਮਲੇਸ਼ ਜਾਂ ਕੋਈ ਮੈਲ ਉਹ ਨਹੀਂ ਰਹੀ, ਤੁਹਾਡੇ ਅੰਦਰ ਮੈਲ ਨਹੀਂ ਰਹੀ। ਤੁਸੀਂ ਹੱਕ ਪਰਾਇਆ ਨਹੀਂ ਖਾ ਰਹੇ, ਤੁਸੀਂ ਕਿਸੇ ਨੂੰ ਮਾਰ ਨਹੀਂ ਰਹੇ ਇਸ ਕਰਕੇ ਕਿ ਮੇਰਾ ਢਿੱਡ ਭਰਿਆ ਰਹੇ, ਹੈ ਨਾ। ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਗਏ। ਜਦੋਂ ਐਸੀ ਰੂਹ ਬਣ ਜਾਓਗੇ, ਫਿਰ ਤੁਸੀਂ ਨਾਮ ਜਪੋਗੇ ਨਾ, ਤਾਂ ਫਿਰ ਉਹ ਪਰਮਾਤਮਾ ਜਿਹੜਾ ਤੁਹਾਨੂੰ ਮਿਲ ਜਾਂਦਾ ਆ। ਹੁਣ ਨਾਮ ਜਪਣ ਵਾਲੀ ਗੱਲ ਵੀ ਜਿਹੜੀ ਇਹਨਾਂ ਬਾਬਿਆਂ ਨੇ ਪ੍ਰਤੱਖ ਕਰ ਦਿੱਤੀ। ਮੈਂ ਦੇਖਿਆ ਇੱਕ ਫੋਟੋ ਦੇ ਵਿੱਚ ਇੱਕ ਸਾਡੇ ਕੋਈ ਬਜ਼ੁਰਗ ਨੇ ਅਤੇ ਉਹ ਟਰਾਲੀ ਦੇ ਵਿੱਚ ਬੈਠੇ ਉੱਤੇ ਆਪਣਾ ਨਿਤਨੇਮ ਕਰ ਰਹੇ। ਕੁਝ ਸਾਡੇ ਬਜ਼ੁਰਗ ਨੇ ਉਹ ਸਵੇਰੇ ਅੰਮ੍ਰਿਤ ਵੇਲਾ ਸਾਂਭਣ ਦੇ ਸਮੇਂ ਉਹ ਬਕਾਇਦਾ ਆਪਣਾ ਇਸ਼ਨਾਨ ਕਰ ਰਹੇ ਆ ਠੰਡੇ ਪਾਣੀ ਦੇ ਵਿੱਚ। ਇੱਕ ਦਿਨ ਪਹਿਲਾਂ ਉਹਨਾਂ ਉੱਤੇ ਠੰਡੇ ਪਾਣੀ ਦੀਆਂ ਬੁਛਾੜਾਂ ਹੋਈਆਂ ਆ, ਉਸ ਤੋਂ ਬਾਅਦ ਅਗਲੇ ਦਿਨ ਉਹ ਠੰਡੇ ਪਾਣੀ ਦੇ ਨਾਲ ਫਿਰ ਇਸ਼ਨਾਨ ਕਰ ਰਹੇ ਆ। ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਅੰਮ੍ਰਿਤ ਵੇਲਾ ਸਾਂਭਣਾ। ਇਹ ਹੈ ਨਾਮ ਜਪਣ। ਔਰ ਇਹ ਉਹੀ ਲੋਕ ਕਰ ਸਕਦੇ ਆ ਜਿਹੜੇ ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਦੇ ਵਿੱਚੋਂ ਨਿਕਲ ਕੇ ਆਏ ਹੋਣ। ਇਹ ਉਹੀ ਲੋਕ ਕਰ ਸਕਦੇ। ਇੰਨਾ ਡਿਸਿਪਲਿਨ ਸਿਰਫ ਉਹਨਾਂ ਦੇ ਵਿੱਚ ਹੀ ਹੋ ਸਕਦਾ। ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਮੇਰਾ ਜਿਹੜਾ ਅੱਜ ਦਾ ਐਪੀਸੋਡ, ਉਹ ਤੁਹਾਡੇ ਨਾਲ ਮੈਂ ਇਹੀ ਡਿਸਕਸ ਕਰਨਾ ਚਾਹੁੰਦੀ ਸੀਗੀ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਪ੍ਰੋਟੈਸਟ ਹੈ, ਇਹਨੇ ਸਾਡਾ ਕਿਰਦਾਰ ਮੁੜ ਰਿਫਰੈਸ਼ ਕੀਤਾ ਆ। ਕਿੱਦਾਂ ਉਹ ਜਿਨ੍ਹਾਂ ਮੁੰਡਿਆਂ ਨੂੰ ਅਸੀਂ ਸੋਚਦੇ ਸੀਗੇ ਕਿ ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ, ਉਹਨਾਂ ਨੇ ਤੁਹਾਨੂੰ ਰਿਫਰੈਸ਼ ਕੀਤਾ ਕਿ ਸਾਨੂੰ ਸਾਰਾ ਕੁਛ ਪਤਾ ਹੈ, ਅਸੀਂ ਜੀਂਦੇ ਹਾਂ, ਹੈ ਨਾ। ਬਾਬਾ ਬਘੇਲ ਸਿੰਘ ਹੋਣਾ ਦੇ ਜਿਹੜੇ ਵਾਰਸ ਨੇ, ਭਾਈ ਘਨੱਈਆ ਦੇ ਵਾਰਸ ਵੀ ਉੱਥੇ ਦਿਖੇ, ਬਾਬੇ ਬਘੇਲ ਸਿੰਘ ਹੋਣਾ ਦੇ, ਬਾਬਾ ਬੰਦਾ ਬਹਾਦਰ ਹੋਣਾ ਦੇ ਵਾਰਸ ਵੀ ਉੱਥੇ ਨਜ਼ਰ ਆਏ। ਹਰ ਤਰੀਕੇ ਦਾ ਸਾਨੂੰ ਉੱਥੇ ਵਰਤਾਰਾ ਦੇਖਣ ਨੂੰ ਜਿਹੜਾ ਉਹ ਮਿਲਿਆ। ਹੁਣ ਆਖਰ ਦੇ ਉੱਤੇ ਮੈਂ ਇੱਕੋ ਗੁਰੂ ਮਹਾਰਾਜ ਦੇ ਜਿਹੜੇ ਬਚਨ ਨੇ ਉਹ ਬੋਲ ਕੇ ਔਰ ਆਪਣੀ ਗੱਲ ਨੂੰ ਸਮਾਪਤ ਕਰੂੰਗੀ। ਨਿਰਵੈਰ ਦੀ ਗੱਲ ਹੀ ਕਰੂੰਗੀ, ਹੈ ਨਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਨ ਲਾਗਾ ਹਰ ਏਕੇ ਨਾਏ, ਤਿਸਕੀ ਆਸ ਨਾ ਬਿਰਥੀ ਜਾਏ। ਇਹ ਮੈਂ ਇਸ ਪ੍ਰੋਟੈਸਟ ਵਾਸਤੇ ਹੀ ਕਹਿ ਰਹੀ ਹਾਂ, ਹੈ ਨਾ। ਜਨ ਲਾਗਾ ਹਰ ਏਕੇ ਨਾਏ, ਤਿਸਕੀ ਆਸ ਨਾ ਬਿਰਥੀ ਜਾਏ। ਜਿਹੜੇ ਉਸ ਇੱਕ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲ ਰਹੇ ਆ ਨਾ, ਮੈਨੂੰ ਨਹੀਂ ਪਤਾ ਕਿ ਇਸ ਪ੍ਰੋਟੈਸਟ ਦਾ ਆਊਟਕਮ ਕੀ ਹੋਣੀ ਆ, ਪਰ ਮੇਰੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਕਿ ਆਪਣੀ ਕੌਮ ਦੀ ਲਾਜ ਰੱਖਣ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਊਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅੰਦਨ ਪੂਜੋ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਇੱਥੇ ਗੁਰੂ ਪਾਤਸ਼ਾਹ ਜਿਹੜੇ ਨੇ ਉਹ ਬੜਾ ਸਾਫ਼ ਦੱਸਦੇ ਆ ਕਿ ਜਿਨ੍ਹਾਂ ਦਾ ਮਨ ਜਿਹੜਾ ਉਹ ਇੱਕ ਪਰਮਾਤਮਾ ਨਾਲ ਲੱਗ ਗਿਆ, ਉਹਨਾਂ ਦੀ ਆਸ ਬਿਰਥੀ ਨਹੀਂ ਜਾਂਦੀ। ਸੇਵਕ ਨੂੰ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਉਹਨਾਂ ਨੇ ਹੁਕਮ ਨੂੰ ਬੂਝ ਕੇ ਪਰਮ ਪਦ ਪਾ ਲਿਆ, ਹੈ ਨਾ। ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ। ਹੁਣ ਇਹ ਸਾਰੇ ਜਿਹੜੇ ਬਾਰ-ਬਾਰ ਇੱਕੋ ਗੱਲ ਬੋਲ ਰਹੇ ਆ, ਤੁਸੀਂ ਸੁਣਿਆ ਹੋਊਗਾ ਕਿ ਅਸੀਂ ਆਪਣੇ ਆਪਣੇ ਘਰੋਂ ਬੋਲ ਆਏ ਹਾਂ, ਮਨਾ ਕਰ ਰਹੇ ਹਾਂ। ਬੇਸ਼ੱਕ ਇਹ ਜਿਹੜੀ ਲਾਈਨ ਆ, ਇਹਦਾ ਮਤਲਬ ਗੁਰੂ ਮਹਾਰਾਜ ਕਿਸੇ ਹੋਰ ਲੈਵਲ ਦੇ ਉੱਤੇ ਕਿਸੇ ਹੋਰ ਚੀਜ਼ ਦੇ ਨਾਲ ਕਨੈਕਟ ਕਰਦੇ ਆ, ਪਰ ਆਪਾਂ ਇੱਕ ਨੋਰਮਲ ਵਰਤਾਰੇ ਵਿੱਚ ਵੀ ਜੇ ਦੇਖੀਏ, ਸਮਝਣ ਦੀ ਕੋਸ਼ਿਸ਼ ਕਰੀਏ, ਉਹ ਕਹਿੰਦੇ ਅਸੀਂ ਘਰੋਂ ਕਹਿ ਆਏ ਹਾਂ ਜੀ। ਹੁਣ ਉਹਦਾ ਮਤਲਬ ਕੀ ਆ? ਜੇ ਉਹ ਕਹਿ ਆਏ ਆ ਅਤੇ ਉਹ ਆਪਣੇ ਬੰਧਨ ਤੋੜ ਆਏ ਆ, ਹੈ ਨਾ। ਬੇਸ਼ੱਕ ਅਸੀਂ ਇਨਸਾਨ ਆ, ਉਹ ਨਾ, ਮੈਂ ਆਪਣੀ ਗੱਲ ਕਰਦੀ ਹਾਂ ਕਿ ਜੇ ਨਾ ਵੀ ਟੁੱਟਦੇ ਹੋਣ, ਪਰ ਫਿਰ ਵੀ ਕਹਿਣਾ ਔਰ ਫਿਰ ਹੀ ਉਹਦੇ ਵਿੱਚੋਂ ਨਿਰਵੈਰਤਾ ਨਿਕਲ ਕੇ ਆਉਂਦੀ ਆ, ਹੈ ਨਾ। ਖੈਰ, ਇਹਨਾਂ ਜਿਹੜੇ ਬਚਨਾਂ ਦੇ ਨਾਲ ਮੈਂ ਆਪ ਸਭ ਤੋਂ ਖਿਮਾ ਦੀ ਜਾਚਨਾ ਕਰਦੀ ਹਾਂ ਜੀ। ਮੇਰੇ ਕੋਲ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਜਾਂ ਤੁਹਾਨੂੰ ਲੱਗਾ ਹੋਵੇ ਕਿ ਮੈਂ ਕੁਛ ਵੀ ਗਲਤ ਬੋਲ ਗਈ ਹਾਂ, ਮੇਰੇ ਹੱਥ ਬੰਨ੍ਹ ਕੇ ਮੈਨੂੰ ਮਾफ़ੀ। ਪਰ ਮੈਨੂੰ ਇੰਨਾ ਪਤਾ ਆ ਕਿ ਗੁਰੂ ਮਹਾਰਾਜ ਨੇ ਜਿਹੜਾ ਖਾਲਸਾ ਪ੍ਰਗਟ ਕੀਤਾ ਆ, ਉਹ ਉੱਥੇ ਇੱਕ ਮੁੰਡਾ ਹੀ ਕੋਈ ਬੋਲ ਰਿਹਾ ਸੀਗਾ ਕਿ ਇਹ ਪ੍ਰਗਟ ਹੋਈ ਆ ਕੌਮ, ਇਹ ਨਹੀਂ ਮੁੱਕਦੇ।
ਮੈਨੂੰ ਬੜੀ ਖੁਸ਼ੀ ਆ ਔਰ ਇਸ ਕਰਕੇ ਮੈਂ ਆਪਣੀ ਖੁਸ਼ੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ। ਮੈਨੂੰ ਨਹੀਂ ਪਤਾ ਆਊਟਕਮ ਕੀ ਹੋਊਗਾ, ਪਰ ਮੈਨੂੰ ਇਸੇ ਗੱਲ ਦਾ ਬੜਾ ਮਾਣ ਹੈ ਕਿ ਮੇਰੇ ਗੁਰੂ ਦਾ ਖਾਲਸਾ ਜਿਹੜਾ ਨਾ ਉਹ ਉੱਥੇ ਜਾ ਕੇ ਗੱਜਿਆ ਆ। ਉਹਨੇ ਫਿਰ ਪੂਰੀ ਦੁਨੀਆ ਦੇ ਵਿੱਚ ਦੱਸ ਦਿੱਤਾ ਕਿ ਅਸੀਂ ਜੀਂਦੇ ਹਾਂ। ਬਾਕੀ ਗੁਰੂ ਪਾਤਸ਼ਾਹ ਕਹਿੰਦੇ ਨੇ, ਨਿਰਵੈਰਾਂ ਨਾਲ ਜੇ ਵੈਰ ਚਲਾਈਂਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਜਿਹੜੇ ਨਿਰਵੈਰਾਂ ਦੇ ਨਾਲ ਵੈਰ ਕਮਾਉਂਦੇ ਆ ਨਾ, ਉਹ ਕਦੀ ਸੈਟਿਸਫਾਈ ਨਹੀਂ ਹੁੰਦੇ। ਹੁਣ ਦੇਖੋ ਗੁਰੂ ਪਾਤਸ਼ਾਹ ਦੀ ਕੀ ਮੌਜ ਆ, ਪਰ ਮੇਰੀਆਂ ਅਰਦਾਸਾਂ ਔਰ ਮੈਂ ਤੁਹਾਡੇ ਸਾਰਿਆਂ ਕੋਲੇ ਬੇਨਤੀ ਕਰਦੀ ਹਾਂ ਕਿ ਘੱਟੋ ਘੱਟ ਆਪਣੇ ਘਰ ਦੇ ਵਿੱਚ ਜਿੱਥੇ ਜਿੱਥੇ ਵੀ ਬੈਠੇ ਹਾਂ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜ਼ਰੂਰ ਕਰੋ ਕਿ ਇਹਨਾਂ ਨੂੰ ਫਤਿਹ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।